हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਅਸੀਂ ਸੀਡੀਪੀ ਦੇ ਟੌਪ 20 ਐਮਸੀਕਿਊ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਵਾਲੀ ਕਲਾਸ ਸੀ ਜਿਹੜੀ ਵਧੀਆ, ਕਾਫੀ ਦੋਸਤਾਂ ਨੇ ਉਸ ਦੇ ਵਿੱਚ ਇੰਟਰਸਟ ਦਿਖਾਇਆ ਸੀ ਅਤੇ ਕਾਫੀ ਦੋਸਤਾਂ ਨੇ ਨਾਲ ਦੀ ਨਾਲ ਕਮੈਂਟ ਬਾਕਸ ਦੇ ਵਿੱਚ ਆਨਸਰ ਦਿੱਤੇ ਸੀ। ਤਾਂ ਇਸ ਕਲਾਸ ਦੇ ਵਿੱਚ ਵੀ ਸੇਮ ਕਰੋਗੇ ਤੁਸੀਂ, ਨਾਲ ਕੁਐਸਚਨ ਦਾ ਨੰਬਰ ਪਾ ਕੇ ਪਹਿਲਾਂ ਖੁਦ ਆਨਸਰ ਦੇਣ ਦੀ ਕੋਸ਼ਿਸ਼ ਕਰੋਗੇ। ਇਸ ਤੋਂ ਬਾਅਦ ਨਾਲ ਵੀਡੀਓ ਦੇ ਮੈਚ ਕਰੀ ਚੱਲਿਓ ਅਤੇ ਲਾਸਟ ਵਿੱਚ ਦੱਸਿਓ ਵੀ ਕਿੰਨੇ ਕੁਐਸਚਨ ਨੇੜੇ ਤੁਹਾਡੇ ਉਹ ਸਹੀ ਗਏ ਨੇ। ਹਾਂਜੀ, ਸਟਾਰਟ ਕਰਨ ਜਾ ਰਹੇ ਹਾਂ। ਪ੍ਰਸ਼ਨ ਨੰਬਰ 1 ਤੁਹਾਡੀ ਸਕਰੀਨ 'ਤੇ ਹੈ ਜੀ। ਮੋਟੀਵੇਸ਼ਨ ਸ਼ਬਦ ਦੀ ਉਤਪੱਤੀ ਕਿਸ ਸ਼ਬਦ ਤੋਂ ਮੰਨੀ ਜਾਂਦੀ ਹੈ? ਪਹਿਲਾ ਪ੍ਰਸ਼ਨ ਹੈ ਜੀ, ਇਸ ਦੀਆਂ ਚਾਰ ਆਪਸ਼ਨਾਂ ਨੇ। ਨੀਡ ਸ਼ਬਦ ਹੈ ਤੋਂ, ਜਾਂ ਫਿਰ ਮੋਟਮ ਜਾਂ ਮੂਵੀਅਰ ਤੋਂ, ਜਾਂ ਮੋਸ਼ਨ ਤੋਂ, ਜਾਂ ਇੰਸਪੀਰੇਸ਼ਨ ਤੋਂ। ਤਾਂ ਇਸ ਦਾ ਰਾਈਟ ਆਨਸਰ ਹੋਏਗਾ ਜੀ ਮੋਟੀਵੇਸ਼ਨ ਸ਼ਬਦ ਦੀ ਜੋ ਉਤਪੱਤੀ ਹੈ ਉਹ ਮੰਨੀ ਜਾਂਦੀ ਹੈ ਮੂਵੀਅਰ ਜਾਂ ਕਹਿ ਲਓ ਮੋਟਮ ਤੋਂ, ਜਿਸ ਦਾ ਅਰਥ ਹੁੰਦਾ ਜੀ ਟੂ ਮੂਵ। ਇਹ ਵੀ ਧਿਆਨ ਦੇ ਵਿੱਚ ਰੱਖਿਓ, ਟੂ ਮੂਵ ਇਸ ਦਾ ਮੀਨਿੰਗ ਹੁੰਦਾ ਹੈ ਮਤਲਬ ਕਿ ਚੱਲਣਾ, ਹਿੱਲਣਾ, ਹੈ ਨਾ, ਮਤਲਬ ਕਿ ਆਪਾਂ ਨੂੰ ਇੱਕ ਤਰ੍ਹਾਂ ਅੱਗੇ ਤੋਰਦੀ ਹੈ ਮੋਟੀਵੇਸ਼ਨ ਜਿਹੜੀ ਉਹ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਆਪਣੇ ਕੋਲ ਸੈਕਿੰਡ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 2, ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੇਰਨਾ ਚੱਕਰ ਨਾਲ ਸੰਬੰਧਿਤ ਨਹੀਂ ਹੈ? ਪ੍ਰੇਰਨਾ ਚੱਕਰ ਜੋ ਆਪਾਂ ਨੇ ਮੋਟੀਵੇਸ਼ਨ ਸਰਕਲ ਪੜ੍ਹਿਆ ਸੀ ਥਿਊਰੀ ਵਾਲੀ ਕਲਾਸ ਦੇ ਵਿੱਚ, ਤਾਂ ਉਸ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ। ਤਾਂ ਉਹਦੇ ਵਿੱਚ ਦੱਸਣਾ ਕਿ ਕਿਹੜਾ ਮੋਟੀਵੇਸ਼ਨ ਸਰਕਲ ਦੇ ਨਾਲ ਸੰਬੰਧਿਤ ਨਹੀਂ ਹੈ। ਮੋਟੀਵੇਸ਼ਨ ਸਰਕਲ ਦੇ ਵਿੱਚ ਕਿਹੜਾ ਨਹੀਂ ਆਉਂਦਾ? ਨੀਡ, ਅਰਾਊਜ਼ਲ, ਇਮੋਸ਼ਨ ਜਾਂ ਫਿਰ ਡਰਾਈਵ। ਤਾਂ ਇਹਦੇ ਵਿੱਚੋਂ ਦੇਖੋ ਜੀ, ਨੀਡ ਵੀ ਮੋਟੀਵੇਸ਼ਨ ਸਰਕਲ ਦਾ ਹਿੱਸਾ ਹੈਗੀ ਹੈ, ਅਰਾਊਜ਼ਲ ਵੀ ਹੈ, ਡਰਾਈਵ ਵੀ ਹੈ। ਤਾਂ ਇਹਦੇ ਵਿੱਚੋਂ ਇਮੋਸ਼ਨ ਜਿਹੜਾ ਇਹ ਮੋਟੀਵੇਸ਼ਨ ਸਰਕਲ ਦੇ ਵਿੱਚ ਸ਼ਾਮਲ ਨਹੀਂ ਹੈ। ਤਾਂ ਆਪਣੇ ਕੋਲ ਥਰਡ ਆਪਸ਼ਨ ਸਾਡਾ ਰਾਈਟ ਆਨਸਰ ਇਸ ਦੇ ਵਿੱਚ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 3, ਕਿਹੜੇ ਪ੍ਰਯੋਜਨ ਨੂੰ ਪ੍ਰਾਥਮਿਕ ਪ੍ਰਯੋਜਨ ਕਿਹਾ ਜਾਂਦਾ ਹੈ? ਪ੍ਰਯੋਜਨ ਆਏਗਾ ਇੱਥੇ, ਕਿਹੜੇ ਪ੍ਰਯੋਜਨ ਨੂੰ ਪ੍ਰਾਥਮਿਕ ਪ੍ਰਯੋਜਨ ਕਿਹਾ ਜਾਂਦਾ ਹੈ? ਸਰੀਰਕ ਵਿਗਿਆਨਿਕ ਪ੍ਰਯੋਜਨ ਨੂੰ, ਮਨੋਵਿਗਿਆਨਿਕ ਪ੍ਰਯੋਜਨ ਨੂੰ, ਸਮਾਜਿਕ ਪ੍ਰਯੋਜਨ ਨੂੰ, ਜਾਂ ਸਿੱਖਿਆਤਮਕ ਪ੍ਰਯੋਜਨ ਨੂੰ। ਤਾਂ ਇਹਦੇ ਵਿੱਚੋਂ ਸਾਡਾ ਰਾਈਟ ਆਨਸਰ ਹੋ ਜਾਵੇਗਾ ਜੀ ਪ੍ਰਾਇਮਰੀ ਮੋਟਿਵ, ਯਾਨੀ ਕਿ ਪ੍ਰਾਥਮਿਕ ਪ੍ਰਯੋਜਨ ਜਿਹੜਾ ਉਹ ਆਪਾਂ ਸਰੀਰਕ ਵਿਗਿਆਨਿਕ ਪ੍ਰਯੋਜਨ ਨੂੰ ਮੰਨਾਂਗੇ, ਯਾਨੀ ਕਿ ਫਿਜ਼ੀਓਲੋਜੀ ਕਹਿ ਲਓ, ਜਾਂ ਫਿਰ ਆਪਾਂ ਬਾਇਓਲੋਜੀਕਲ, ਫਿਜ਼ੀਕਲ ਜੋ ਮੋਟਿਵਸ ਪੜ੍ਹੇ ਸੀ ਉਹ ਨੇ ਜਿਹੜੇ, ਉਹਨਾਂ ਨੂੰ ਆਪਾਂ ਪ੍ਰਾਇਮਰੀ ਮੰਨਦੇ ਹਾਂ। ਠੀਕ ਹੈ, ਇਸ ਦੇ ਵਿੱਚ ਕੀ ਕੁਝ ਸ਼ਾਮਲ ਹੁੰਦਾ ਜਿਵੇਂ ਭੁੱਖ, ਪਿਆਸ, ਨੀਂਦ, ਲਿੰਗ। ਠੀਕ ਹੈ, ਇਹ ਸਭ ਚੀਜ਼ਾਂ ਇਸ ਦੇ ਵਿੱਚ ਸ਼ਾਮਲ ਹੁੰਦੀਆਂ ਨੇ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 4, ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਾਇਮਰੀ ਪ੍ਰਯੋਜਨ ਨਹੀਂ ਹੈ? ਲਓ, ਇਹ ਤਾਂ ਆਪਾਂ ਮਤਲਬ ਦੱਸ ਚੁੱਕੇ ਹਾਂ, ਪਹਿਲਾਂ ਆਪਾਂ ਡਿਸਕਸ਼ਨ ਕਰ ਗਏ। ਤਾਂ ਦੇਖੋ ਜੀ, ਇਹਨਾਂ 'ਚੋਂ ਆਪਾਂ ਨੇ ਕੀ ਦੱਸਣਾ ਸੀ ਕਿ ਪ੍ਰਾਇਮਰੀ ਪ੍ਰਯੋਜਨ ਨਹੀਂ ਹੈ, ਮਤਲਬ ਕਿ ਤਿੰਨ ਨੇ ਜਿਹੜੇ ਉਹ ਹੋਣਗੇ, ਤਿੰਨ ਆਪਸ਼ਨਾਂ ਦੇ ਵਿੱਚ ਨੇ ਲਿਖੇ ਹੋਏ ਜਿਹੜੇ, ਇਹਨਾਂ 'ਚੋਂ ਇੱਕ ਹੈ ਜਿਹੜਾ ਉਹ ਹੁੰਦਾ ਨਹੀਂ ਪ੍ਰਾਇਮਰੀ ਪ੍ਰਯੋਜਨ। ਤਾਂ ਦੇਖੋ ਜੀ, ਭੁੱਖ ਪ੍ਰਾਇਮਰੀ ਪ੍ਰਯੋਜਨ ਹੈਗੇ ਹੈ। ਠੀਕ ਹੈ, ਪ੍ਰਾਇਮਰੀ ਮੋਟਿਵ ਹੈ। ਪ੍ਰਧਾਨਤਾ, ਪਿਆਸ ਜਾਂ ਲਿੰਗ। ਤਾਂ ਇਹਦੇ 'ਚ ਦੇਖੋ ਇਹ ਵੀ ਹੈਗੇ, ਤਾਂ ਇਹ ਆਪਸ਼ਨ ਕੱਟ ਗਈ। ਪਿਆਸ ਵੀ ਪ੍ਰਾਇਮਰੀ ਹੈ, ਇਸ ਤੋਂ ਬਿਨਾਂ ਲਿੰਗ, ਨਿਕਾਸ ਵੀ ਪ੍ਰਾਇਮਰੀ ਹੈ। ਤਾਂ ਪ੍ਰਧਾਨਤਾ ਜਿਹੜਾ ਇਹ ਆਪਾਂ ਕਹਿ ਸਕਦੇ ਹਾਂ ਇੱਕ ਸਮਾਜਿਕ ਪ੍ਰਯੋਜਨ ਹੈ। ਤਾਂ ਆਪਾਂ ਨੇ ਕੀ ਦੱਸਣਾ ਸੀ ਕਿ ਪ੍ਰਾਇਮਰੀ ਪ੍ਰਯੋਜਨ ਨਹੀਂ ਹੈ। ਤਾਂ ਪ੍ਰਧਾਨਤਾ ਜਿਹੜਾ ਇਹ ਪ੍ਰਾਇਮਰੀ ਪ੍ਰਯੋਜਨ ਨਹੀਂ ਹੈ। ਪ੍ਰਧਾਨਤਾ ਦੇ ਵਿੱਚ ਕੀ ਆ ਗਿਆ ਕਿ ਕਿਸੇ ਸੁਸਾਇਟੀ ਦਾ ਮੈਂਬਰ ਬਣ ਜਾਣਾ, ਕਿਸੇ ਗਰੁੱਪ ਦਾ ਪ੍ਰਧਾਨ ਬਣ ਜਾਣਾ। ਤਾਂ ਇਹ ਪ੍ਰਯੋਜਨ ਆਪਣੇ 'ਚ ਸਮਾਜਿਕ ਪ੍ਰਯੋਜਨਾਂ ਦੇ ਵਿੱਚ ਆਪਾਂ ਇਸ ਨੂੰ ਗਿਣਦੇ ਹਾਂ। ਠੀਕ ਹੈ, ਇਹ ਆਪਾਂ ਕਹਿ ਸਕਦੇ ਹਾਂ ਕਿ ਪ੍ਰਾਇਮਰੀ ਪ੍ਰਯੋਜਨ ਦਾ ਹਿੱਸਾ ਨਹੀਂ ਹੈਗੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 5, ਮੈਸਲੋ ਦੇ ਲੋੜਾਂ ਸੰਬੰਧੀ ਦਰਜੇਬੰਦੀ ਦਾ ਸਿਧਾਂਤ, ਯਾਨੀ ਕਿ ਮੈਸਲੋ ਦੀ ਹਾਇਰਾਰਕੀ ਆਫ ਨੀਡਸ ਹੇਠ ਲਿਖਿਆਂ ਵਿੱਚੋਂ ਸ਼ਾਮਲ ਨਹੀਂ ਕਰਦਾ। ਤਾਂ ਇਹ ਸਿਧਾਂਤ ਹੈ ਜਿਹੜਾ ਕਿਹੜੀ ਚੀਜ਼ ਨੂੰ ਇਹਨਾਂ 'ਚੋਂ ਸ਼ਾਮਲ ਨਹੀਂ ਕਰਦਾ? ਮਤਲਬ ਕਿ ਜਿਹੜਾ ਮੈਸਲੋ ਦਾ ਸਿਧਾਂਤ ਦਿੱਤਾ ਸੀ ਉਹਨੇ, ਆਪਾਂ ਇੱਦਾਂ ਇੱਕ ਕਲਾਸ ਦੇ ਵਿੱਚ ਪਹਿਲਾਂ ਪੜ੍ਹ ਵੀ ਚੁੱਕੇ ਹਾਂ, ਪਰ ਡਿਟੇਲ ਦੇ ਵਿੱਚ ਹੁਣ ਨੈਕਸਟ ਕਲਾਸ ਦੇ ਵਿੱਚ ਵੀ ਉਹ ਆਉਣ ਵਾਲੀ ਹੈ ਇਹ ਥੀਰੀਜ਼ ਦੀ। ਠੀਕ ਹੈ, ਮੈਸਲੋ ਦੀ, ਤਾਂ ਉਹਨੂੰ ਆਪਾਂ ਉੱਥੇ ਸਮਝਾਂਗੇ। ਇਹਦੇ ਵਿੱਚ ਕਿਹੜੀ ਚੀਜ਼ ਸ਼ਾਮਲ ਨਹੀਂ ਹੈ? ਤਾਂ ਦੇਖੋ ਜੀ, ਚਾਰ ਆਪਸ਼ਨ ਦਿੱਤੀਆਂ ਗਈਆਂ ਨੇ, ਗਿਆਨ, ਸਰੀਰਕ ਕਿਰਿਆ ਸੰਬੰਧੀ ਲੋੜਾਂ, ਸੁਰੱਖਿਆ ਜਾਂ ਨੇੜਤਾ। ਤਾਂ ਇਹਦੇ ਵਿੱਚੋਂ ਫਸਟ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਵੇਗਾ ਜੀ ਗਿਆਨ। ਕੋਗਨੀਸ਼ਨ ਹੈ ਜਿਹੜਾ, ਹੈ ਨਾ, ਇਹ ਮੈਸਲੋ ਦੇ ਸਿਧਾਂਤ ਦੇ ਵਿੱਚ ਸ਼ਾਮਲ ਨਹੀਂ ਹੈ, ਜੋ ਇਸ ਦੀ ਹਾਇਰਾਰਕੀ ਆਫ ਨੀਡਸ ਹੈ। ਤਾਂ ਇਸ ਦੇ ਵਿੱਚ ਇਹ ਇਸ ਚੀਜ਼ ਦੀ ਗੱਲ ਕਰਦਾ ਹੈ, ਸਰੀਰਕ ਲੋੜਾਂ ਦੀ ਗੱਲ ਕਰਦਾ ਹੈ। ਸਰੀਰਕ ਲੋੜਾਂ ਦੀ ਤਾਂ ਗੱਲ ਦੇਖੋ ਇਹ ਕਰਦਾ ਹੈ, ਯਾਨੀ ਕਿ ਫਿਜ਼ੀਓਲੋਜੀਕਲ ਨੀਡਸ ਆਖਦਾ ਹੈ। ਇਸ ਤੋਂ ਬਾਅਦ ਸੁਰੱਖਿਆ, ਸੇਫਟੀ ਦੀ ਗੱਲ ਵੀ ਆਖਦਾ ਹੈ। ਨੇੜਤਾ ਯਾਨੀ ਕਿ ਬਿਲੋਂਗਿੰਗਨੈਸ ਦੀ ਵੀ ਗੱਲ ਮੈਸਲੋ ਕਰਦਾ ਹੈ। ਠੀਕ ਹੈ, ਤਾਂ ਗਿਆਨ ਦੀ ਇਸ ਵਿੱਚ ਗੱਲ ਨਹੀਂ ਕਰਦਾ। ਤਾਂ ਫਸਟ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਵੇਗਾ, ਸ਼ਾਮਲ ਨਹੀਂ ਕਰਦਾ ਆਪਾਂ ਨੇ ਇਹ ਦੱਸਣਾ ਸੀ। ਤਾਂ ਇਸ ਤਰੀਕੇ ਨਾਲ ਦੋਸਤੋ 5 ਕੁਐਸਚਨ ਜਿਹੜੇ ਆਪਣੇ ਕੰਪਲੀਟ ਹੋ ਚੁੱਕੇ ਨੇ।
ਇਸ ਤੋਂ ਬਾਅਦ ਆਪਾਂ ਸਟਾਰਟ ਕਰਦੇ ਹਾਂ ਜੀ ਪ੍ਰਸ਼ਨ ਨੰਬਰ 6। ਮੈਸਲੋ ਦਾ ਜ਼ਰੂਰਤ ਦਾ ਸਿਧਾਂਤ ਯਾਨੀ ਕਿ ਮੈਸਲੋਜ਼ ਹਾਇਰਾਰਕੀ ਆਫ ਨੀਡਸ ਦੀ ਸ਼ੁਰੂਆਤ ਵਿੱਚ ਕਿਹੜੀਆਂ ਜ਼ਰੂਰਤਾਂ ਦੀ ਗੱਲ ਕੀਤੀ ਗਈ ਹੈ। ਤਾਂ ਸਟਾਰਟਿੰਗ ਇਸ ਦੀ ਕਿੱਥੋਂ ਹੁੰਦੀ ਹੈ, ਜਦੋਂ ਆਪਾਂ ਪੂਰੀ ਇਸ ਦੀ ਹਾਇਰਾਰਕੀ ਨੂੰ ਸਮਝਦੇ ਹਾਂ ਤਾਂ ਦੇਖੋ ਜੀ ਇਸ ਦੇ ਆਪਾਂ 5 ਪੁਆਇੰਟ ਮੰਨਦੇ ਹਾਂ। ਠੀਕ ਹੈ ਜੀ, 1 2 3 4 5 ਪੁਆਇੰਟ ਮੰਨਦੇ ਹਾਂ। ਨੰਬਰ 1, ਸਭ ਤੋਂ ਪਹਿਲਾਂ ਆਪਾਂ ਕਿਸ ਚੀਜ਼ ਦੀ ਗੱਲ ਕਰਦੇ ਹਾਂ, ਸ਼ੁਰੂਆਤ ਦੇ ਵਿੱਚ ਕਿਸ ਚੀਜ਼ ਦੀ ਗੱਲ ਹੁੰਦੀ ਹੈ, ਇਹ ਆਪਾਂ ਨੂੰ ਦੱਸਣਾ ਹੈ। ਸਰੀਰਕ ਲੋੜਾਂ ਦੀ ਗੱਲ ਹੁੰਦੀ ਹੈ, ਮਾਨਸਿਕ, ਸਮਾਜਿਕ ਜਾਂ ਗੈਰ ਜ਼ਰੂਰੀ ਲੋੜਾਂ ਦੀ। ਤਾਂ ਇਹਦੇ ਵਿੱਚੋਂ ਸਿੰਪਲ ਜਿਹਾ ਸਾਡਾ ਰਾਈਟ ਆਨਸਰ ਹੋ ਜਾਵੇਗਾ। ਸਭ ਤੋਂ ਪਹਿਲਾਂ ਇਹ ਕਹਿ ਸਕਦੇ ਹਾਂ ਫਿਜ਼ੀਓਲੋਜੀਕਲ ਨੀਡਸ ਦੀ ਗੱਲ ਕਰਦਾ ਹੈ। ਫਿਜ਼ੀਓਲੋਜੀਕਲ ਨੀਡਸ ਯਾਨੀ ਕਿ ਸਰੀਰਕ ਸਰੀਰਕ ਕਿਰਿਆ ਨਾਲ ਸੰਬੰਧਿਤ ਜਿਹੜੀਆਂ ਲੋੜਾਂ ਨੇ, ਤਾਂ ਉਸ ਚੀਜ਼ ਦੀ ਇਹ ਗੱਲ ਕਰਦਾ ਸ਼ੁਰੂਆਤ ਦੇ ਵਿੱਚ। ਤਾਂ ਆਪਸ਼ਨ ਫਸਟ ਸਾਡਾ ਰਾਈਟ ਆਨਸਰ ਇਸ ਦੇ ਵਿੱਚ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 7। ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰੇਰਨਾ ਦੀ ਵਿਸ਼ੇਸ਼ਤਾ ਨਹੀਂ ਹੈ, ਮਤਲਬ ਕਿ ਕਰੈਕਟਰਿਸਟਿਕ ਆਫ ਮੋਟੀਵੇਸ਼ਨ ਫੀਚਰ ਕਹਿ ਲਓ, ਕਰੈਕਟਰਿਸਟਿਕ ਕਹਿ ਲਓ, ਕਿਹੜੀ ਵਿਸ਼ੇਸ਼ਤਾ ਨਹੀਂ ਹੈ। ਨਹੀਂ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਕਰੋ, ਇਹਨਾਂ ਨੇ ਨਹੀਂ ਕਿਹਾ। ਤਾਂ ਦੇਖੋ ਜੀ ਅੰਦਰੂਨੀ ਪ੍ਰਕਿਰਿਆ, ਇਹ ਤਾਂ ਇਸ ਦੀ ਮਤਲਬ ਵਿਸ਼ੇਸ਼ਤਾ ਹੈਗੀ ਹੈ। ਮੋਟੀਵੇਸ਼ਨ ਹੈ ਜਿਹੜੀ ਪ੍ਰੇਰਨਾ, ਇਹ ਇੱਕ ਅੰਦਰੂਨੀ ਕਿਰਿਆ ਹੈ। ਭਾਵੇਂ ਬਾਹਰੀ ਅੰਦਰੂਨੀ ਦੋ ਕਿਸਮਾਂ ਆਪਾਂ ਇਹਦੀਆਂ ਮੰਨਦੇ ਹਾਂ, ਪਰ ਪ੍ਰਕਿਰਿਆ ਆਪਣੇ ਅੰਦਰ ਹੀ ਹੁੰਦੀ ਹੈ ਇਹ। ਠੀਕ ਹੈ, ਅੰਦਰੂਨੀ ਪ੍ਰਕਿਰਿਆ ਹੈਗੀ ਹੈ। ਟੀਚੇ ਦੀ ਪੂਰਤੀ ਵੀ ਕਰਦੀ ਹੈ, ਇਹ ਵੀ ਸਹੀ ਹੈ। ਲੋੜ ਤੋਂ ਸ਼ੁਰੂ ਹੋਣਾ, ਹਾਂ ਸ਼ੁਰੂਆਤ ਲੋੜ ਤੋਂ ਹੁੰਦੀ ਹੈ। ਠੀਕ ਹੈ। ਪ੍ਰੇਰਨਾ ਸਿਰਫ ਬਜ਼ੁਰਗਾਂ ਤੋਂ ਮਿਲਦੀ ਹੈ, ਇਹ ਇਸ ਦੀ ਕੋਈ ਵਿਸ਼ੇਸ਼ਤਾ ਨਹੀਂ ਹੈਗੀ ਵੀ ਪ੍ਰੇਰਨਾ ਜਿਹੜੀ ਉਹ ਸਿਰਫ ਬਜ਼ੁਰਗਾਂ ਤੋਂ ਮਿਲੇ। ਪ੍ਰੇਰਨਾ ਕਿਸੇ ਤੋਂ ਵੀ ਕਿਸੇ ਸਮੇਂ ਵੀ ਕਿਸੇ ਵੀ ਢੰਗ ਤਰੀਕੇ ਨਾਲ ਇਹ ਮਿਲ ਸਕਦੀ ਹੈ। ਤਾਂ ਇਹਨਾਂ ਨੇ ਵਿਸ਼ੇਸ਼ਤਾ ਨਹੀਂ ਪੁੱਛੀ ਸੀ, ਡੀ ਆਪਸ਼ਨ ਸਾਡਾ ਇਸ 'ਤੇ ਰਾਈਟ ਆਨਸਰ ਹੋ ਜਾਵੇਗਾ। ਇਹ ਪ੍ਰੇਰਨਾ ਦੀ ਵਿਸ਼ੇਸ਼ਤਾ ਨਹੀਂ ਹੈ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 8। ਕਿਸ ਦੇ ਅਨੁਸਾਰ ਪ੍ਰੇਰਨਾ ਸਿੱਖਣ ਲਈ ਰਾਸ਼ਟਰੀ ਮਾਰਗ ਦਾ ਕੰਮ ਕਰਦੀ ਹੈ। ਰਾਸ਼ਟਰੀ ਮਾਰਗ ਯਾਨੀ ਕਿ ਨੈਸ਼ਨਲ ਹਾਈਵੇ, ਮੋਟੀਵੇਸ਼ਨ ਇਜ਼ ਨੈਸ਼ਨਲ ਹਾਈਵੇ ਫਾਰ ਲਰਨਿੰਗ, ਕਿਸ ਦੇ ਅਕੋਰਡਿੰਗ ਇਹ ਗੱਲ ਕੀਤੀ ਗਈ ਹੈ। ਤਾਂ ਇਹ ਆਪਾਂ ਨੂੰ ਦੱਸਣਾ ਹੈ। 4 ਆਪਸ਼ਨ ਦਿੱਤੀਆਂ ਗਈਆਂ ਨੇ। ਨੰਬਰ 1 ਪੈਵਲੋਵ, ਸਕਿਨਰ, ਐਟਕਿਨਸਨ ਜਾਂ ਫਿਰ ਮੈਸਲੋ। ਤਾਂ ਇਸ ਦੇ ਵਿੱਚੋਂ ਕੌਣ ਹੈ ਜਿਹੜਾ ਉਹ ਰਾਸ਼ਟਰੀ ਮਾਰਗ ਆਖਦਾ ਪ੍ਰੇਰਨਾ ਨੂੰ। ਤਾਂ ਪ੍ਰੇਰਨਾ ਨੂੰ ਸਿੱਖਣ ਦੇ ਲਈ ਰਾਸ਼ਟਰੀ ਮਾਰਗ ਨੈਸ਼ਨਲ ਹਾਈਵੇ ਜਿਹੜਾ ਉਹ ਸਕਿਨਰ ਨੇ ਆਖਿਆ। ਆਪਣੇ ਕੋਲ ਸੈਕਿੰਡ ਆਪਸ਼ਨ ਸਾਡਾ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ। ਤਾਂ ਇਸ ਤਰੀਕੇ ਨਾਲ ਇਹਦਾ ਰਾਈਟ ਆਨਸਰ ਇਹੀ ਹੋਣਾ ਸੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 9। ਹੇਠ ਲਿਖਿਆਂ ਵਿੱਚੋਂ ਪ੍ਰੇਰਨਾ ਵਿੱਚ ਕਿਹੜੇ ਤੱਤ ਸ਼ਾਮਿਲ ਹਨ, ਯਾਨੀ ਕਿ ਮੋਟੀਵੇਸ਼ਨ ਹੈ ਜਿਹੜਾ ਉਸ ਦੇ ਵਿੱਚ ਇਹਨਾਂ 'ਚੋਂ ਕਿਹੜੇ ਕਿਹੜੇ ਤੱਤ ਨੇ, ਜਿਹੜੇ ਕਿਹੜੇ ਕਿਹੜੇ ਫੈਕਟਰ ਕਹਿ ਲਓ ਵੀ ਸ਼ਾਮਿਲ ਨੇ। ਇੰਪੋਰਟੈਂਟ ਟਰਮਸ ਆਪਾਂ ਡਿਸਕਸ ਕੀਤੀਆਂ ਸੀ ਵੀ ਕਿਹੜੀਆਂ ਕਿਹੜੀਆਂ ਹੈਗੀਆਂ ਨੇ। ਦੇਖੋ ਜੀ ਨੀਡ ਯਾਨੀ ਕਿ ਲੋੜ ਪ੍ਰੇਰਨਾ ਦਾ ਇੱਕ ਤੱਤ ਹੈਗੇ ਹੈ, ਮਤਲਬ ਸ਼ੁਰੂਆਤ ਨੀਡ ਤੋਂ ਹੁੰਦੀ ਹੈ। ਨੈਕਸਟ ਮੋਟਿਵ, ਪ੍ਰਯੋਜਨ ਵੀ ਇਸ ਦਾ ਇੱਕ ਤੱਤ ਹੈ, ਇਸ ਦਾ ਇੱਕ ਫੈਕਟਰ ਹੈਗੇ ਹੈ। ਡਰਾਈਵ ਯਾਨੀ ਕਿ ਪ੍ਰੇਰਕ ਵੀ ਇਸ ਦਾ ਫੈਕਟਰ ਹੈਗੇ ਹੈ। ਤਾਂ ਉਪਰੋਕਤ ਸਾਰੇ ਵਾਲੀ ਆਪਸ਼ਨ ਆਪਾਂ ਸਿਲੈਕਟ ਕਰਾਂਗੇ। ਇਹ ਉਪਰੋਕਤ ਸਾਰੀਆਂ ਚੀਜ਼ਾਂ ਹੀ ਨੀਡ, ਮੋਟਿਵ, ਡਰਾਈਵ, ਇਹ ਸਭ ਚੀਜ਼ਾਂ ਹੀ ਪ੍ਰੇਰਨਾ ਦੇ ਵਿੱਚ ਸ਼ਾਮਲ ਹੈਗੀਆਂ ਨੇ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਡੀ ਆਪਸ਼ਨ ਸਾਡਾ ਰਾਈਟ ਆਨਸਰ ਇਸ ਦੇ ਵਿੱਚ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 10। ਮਾਨਵਵਾਦੀਆਂ ਦੇ ਅਨੁਸਾਰ ਪ੍ਰੇਰਨਾ ਕਿਸ ਪ੍ਰਕਾਰ ਦਾ ਤੱਤ ਹੈ। ਇਹ ਵੀ ਆਪਾਂ ਸਪੈਸ਼ਲ ਡਿਸਕਸ ਕੀਤਾ ਸੀ ਕਲਾਸ ਦੇ ਵਿੱਚ। ਮਾਨਵਵਾਦੀ ਜਿਵੇਂ ਕਿ ਹਮਿਊਨਿਸਟ, ਜਿਵੇਂ ਕਿ ਮੈਸਲੋ, ਤਾਂ ਇਹ ਕਿਸ ਪ੍ਰਕਾਰ ਦਾ ਤੱਤ ਪ੍ਰੇਰਨਾ ਨੂੰ ਮੰਨਦੇ ਨੇ। ਠੀਕ ਹੈ, ਇਹਨਾਂ ਦੇ ਅਨੁਸਾਰ ਪ੍ਰੇਰਨਾ ਕਿਸ ਪ੍ਰਕਾਰ ਦਾ ਤੱਤ ਹੈ। ਵਿਅਰਥ ਹੈ, ਮਤਲਬ ਇਸ ਦੀ ਕੋਈ ਇੰਪੋਰਟੈਂਸ ਨਹੀਂ ਹੈਗੀ, ਜਾਂ ਫਿਰ ਇਹ ਤਣਾਅਪੂਰਨ ਹੈ, ਜਾਂ ਫਿਰ ਅੰਦਰੂਨੀ ਹੈ, ਜਾਂ ਫਿਰ ਗੈਰ ਜ਼ਰੂਰੀ ਹੈ, ਵੀ ਇਸ ਦੀ ਜ਼ਰੂਰਤ ਨਹੀਂ ਸੀ ਉਹੀ ਵਿੱਚ ਸ਼ਾਮਲ ਕਰਤਾ। ਤਾਂ ਇਹਨਾਂ ਦੇ ਵਿੱਚੋਂ 4 ਆਪਸ਼ਨ ਦੇ ਵਿੱਚੋਂ ਸਾਡਾ ਰਾਈਟ ਆਨਸਰ ਹੋ ਜਾਵੇਗਾ ਜੀ, ਜੋ ਮਾਨਵਵਾਦੀ ਨੇ ਇਸ ਨੂੰ ਅੰਦਰੂਨੀ ਤੱਤ ਮੰਨਦੇ ਨੇ। ਠੀਕ ਹੈ, ਇਨੇਟ ਐਬਿਲਿਟੀ ਕਹਿ ਲਓ, ਜਾਂ ਕਹਿ ਲਓ ਆਪਾਂ ਕਿ ਇਹਨੂੰ ਇੰਟ੍ਰਿੰਸਿਕ ਮੰਨਿਆ ਗਿਆ ਹੈ ਵੀ ਅੰਦਰੂਨੀ ਹੈ, ਅੰਦਰੋਂ ਇਹ ਪੈਦਾ ਹੁੰਦੀ ਹੈ ਮਾਨਵਵਾਦੀਆਂ ਦੇ ਅਕੋਰਡਿੰਗ। ਠੀਕ ਹੈ ਜੀ, ਜਿਵੇਂ ਕਿ ਮੈਸਲੋ ਗੱਲ ਕਰਦਾ ਪਹਿਲਾਂ ਹੋ ਗਈ ਆਖਦਾ ਕਹਿੰਦਾ ਫਿਜ਼ੀਓਲੋਜੀਕਲ ਨੀਡਸ ਨਹੀਂ। ਹੁਣ ਭੁੱਖ ਵੀ ਭੁੱਖ ਲਗਾਉਣ ਲਈ ਕਿਸੇ ਬਾਹਰੋਂ ਕਿਸੇ ਨੇ ਨਹੀਂ ਪ੍ਰੇਰਿਆ ਆਪਾਂ ਨੂੰ, ਸਿਰਫ ਆਪਣੇ ਉਹ ਅੰਦਰੋਂ ਉਪਜੀ ਹੈ ਚੀਜ਼ ਵੀ ਅੰਦਰੋਂ ਪਿਆਸ, ਲਿੰਗ ਦੀ ਭਾਵਨਾ, ਸਾਹ ਲੈਣ ਦੀ ਭਾਵਨਾ। ਤਾਂ ਇਹ ਸਭ ਚੀਜ਼ਾਂ ਦੀ ਜਿਹੜੀ ਮੋਟੀਵੇਸ਼ਨ ਹੈ, ਇਹ ਚੀਜ਼ਾਂ ਦੇ ਲਈ ਮੋਟੀਵੇਸ਼ਨ ਆਪਾਂ ਨੂੰ ਅੰਦਰੋਂ ਮਿਲੀ ਹੈ। ਭੁੱਖ ਲੱਗੀ ਤਾਂ ਭੋਜਨ ਖਾਣ ਲਈ ਆਪਾਂ ਨੂੰ ਕਿਸੇ ਬਾਹਰੀ ਬੰਦੇ ਨੇ ਥੋੜ੍ਹੀ ਕਹੂਗਾ ਵੀ ਆਪਾਂ ਉਦੋਂ ਭੋਜਨ ਖਾਵਾਂਗੇ। ਤਾਂ ਭੁੱਖ ਅੰਦਰੋਂ ਲੱਗੀ ਹੈ ਤਾਂ ਆਪਣੇ ਅੰਦਰੋਂ ਹੀ, ਮਤਲਬ ਭੁੱਖ ਲੱਗੀ ਹੈ ਤਾਂ ਆਪਣੇ ਅੰਦਰੋਂ ਹੀ ਗੱਲ ਨਿਕਲੂਗੀ ਉਹ ਵੀ ਹੁਣ ਰੋਟੀ ਵੀ ਖਾ ਲੈ ਜੇ ਭੁੱਖ ਲੱਗ ਗਈ। ਠੀਕ ਹੈ, ਤਾਂ ਇਹ ਸਭ ਅੰਦਰੋਂ ਮੰਨਦੇ ਨੇ। ਨੈਕਸਟ ਹੈ ਜੀ ਪ੍ਰਸ਼ਨ ਨੰਬਰ 11। ਸੁਰੱਖਿਆ, ਪਛਾਣ, ਮੈਂਬਰਸ਼ਿਪ, ਪਿਆਰ, ਸਵੈਰਾਜ
ਕਿਸ ਪ੍ਰਕਾਰ ਦੇ ਪ੍ਰਯੋਜਨ ਹਨ ਇਹ ਆਪਾਂ ਨੇ ਦੱਸਣਾ ਹੈ। ਤਾਂ ਦੇਖੋ ਜੀ, ਸੁਰੱਖਿਆ ਮਤਲਬ ਕਿ ਕਹਿ ਸਕਦੇ ਆਪਾਂ ਸੇਫਟੀ, ਪਛਾਣ ਯਾਨੀ ਕਿ ਰਿਕੋਗਨੀਸ਼ਨ, ਨੈਕਸਟ ਆਪਾਂ ਮੈਂਬਰਸ਼ਿਪ, ਅਤੇ ਪਿਆਰ, ਲਵ, ਸਵੈਰਾਜ ਦੀ ਗੱਲ। ਤਾਂ ਇਹ ਸਭ ਚੀਜ਼ਾਂ ਜਿਹੜੇ ਕਿਹੜੇ ਪ੍ਰਯੋਜਨ ਨੇ, ਕਿਸ ਪ੍ਰਕਾਰ ਦੇ ਪ੍ਰਯੋਜਨ ਨੇ। ਸਰੀਰਕ ਪ੍ਰਯੋਜਨ ਨੇ ਇਹ, ਜਾਂ ਫਿਰ ਮਾਨਸਿਕ ਪ੍ਰਯੋਜਨ ਨੇ, ਸਮਾਜਿਕ ਪ੍ਰਯੋਜਨ ਨੇ, ਜਾਂ ਫਿਰ ਗੈਰ ਜ਼ਰੂਰੀ ਪ੍ਰਯੋਜਨ ਨੇ। ਇਹਦੇ 'ਚੋਂ ਦੇਖੋ ਸਾਡਾ ਸਿੰਪਲ ਜਿਹਾ ਰਾਈਟ ਆਨਸਰ ਹੋ ਜਾਵੇਗਾ ਜੀ ਸਮਾਜਿਕ। ਹੁਣ ਦੇਖੋ, ਭੁੱਖ ਸੀ, ਪਿਆਸ ਸੀ, ਨੀਂਦ ਸੀ, ਉਹ ਤਾਂ ਪ੍ਰਾਇਮਰੀ ਸੀ, ਹੈ ਨਾ, ਪ੍ਰਾਇਮਰੀ ਸੀ, ਸਰੀਰਕ ਸੀ। ਨੈਕਸਟ ਹੈ ਕਿ ਹੁਣ ਸੁਰੱਖਿਆ ਦੀ ਗੱਲ ਆਪਾਂ ਕਦੋਂ ਕਰਾਂਗੇ, ਜਦੋਂ ਬਾਕੀ ਚੀਜ਼ਾਂ ਆਪਣੀਆਂ ਕੰਪਲੀਟ ਹੋ ਗਈਆਂ। ਸੁਰੱਖਿਆ ਜਿਹੜੀ ਉਹ ਸਮਾਜਿਕ ਪ੍ਰਯੋਜਨ ਹੈ, ਠੀਕ ਹੈ ਜੀ। ਪਛਾਣ, ਮੈਂਬਰਸ਼ਿਪ ਵੀ ਆਪਾਂ ਕਈ ਵਾਰ ਸਮਾਜ ਦੇ ਵਿੱਚ ਧੱਕ ਮਾਰਨ ਲਈ ਆਪਾਂ ਕਿਸੇ ਚੀਜ਼ ਦੀ ਪ੍ਰਧਾਨਗੀ ਲੈ ਲੈਂਦੇ ਹਾਂ, ਹੈ ਨਾ। ਤਾਂ ਸਵੈ ਰਾਜ ਆਪਾਂ ਆਪਦਾ ਹੀ ਚਾਹੁੰਦੇ ਹਾਂ ਵੀ ਮੇਰੀ ਗੱਲ ਸੁਣੀ ਜਾਵੇ, ਹੈ ਨਾ, ਮੇਰਾ ਮਤਲਬ ਕਹਿ ਸਕਦੇ ਮੇਰੀ ਵਧੀਆ ਇੱਕ ਧੱਕ ਹੋਵੇ, ਵੀ ਸਾਰੇ ਮੇਰੀ ਗੱਲ ਨੂੰ ਫੋਲੋ ਕਰਨ ਇੱਦਾਂ, ਹੈ ਨਾ, ਵੀ ਮੈਂ ਸੁਤੰਤਰਤਾ ਵੀ ਆਪਾਂ ਚਾਹੁੰਦੇ ਹਾਂ। ਤਾਂ ਇਹ ਸਭ ਚੀਜ਼ਾਂ ਜਿਹੜੀਆਂ ਉਹ ਸਮਾਜਿਕ ਪ੍ਰਯੋਜਨ ਦਾ ਹਿੱਸਾ ਨੇ। ਥਰਡ ਆਪਸ਼ਨ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 12, ਪ੍ਰਾਪਤੀ ਦੀ ਲੋੜ, ਨੀਡ ਫਾਰ ਅਚੀਵਮੈਂਟ, ਉੱਦਮਕਰਤਾ ਵਾਲੇ ਵਿਅਕਤੀਆਂ ਵਿੱਚ ਜ਼ਿਆਦਾ ਹੁੰਦੀ ਹੈ ਜੋ ਜ਼ਿੰਮੇਵਾਰੀ ਦੇ ਕੰਮਾਂ 'ਤੇ ਖਤਰਾ ਲੈਣ ਵਾਲੇ ਹੁੰਦੇ ਹਨ। ਕਿਸ ਗੱਲ ਦੀ, ਇਸ ਗੱਲ ਦੀ, ਸੌਰੀ ਇੱਥੇ ਇਸ ਆਉਣਾ ਸੀ, ਇਸ ਲਿਖੋਗੇ ਤੁਸੀਂ ਇੱਥੇ। ਇਸ ਗੱਲ ਦੀ ਹਮਾਇਤ ਕਿਹੜੇ ਮਨੋਵਿਗਿਆਨਿਕਾਂ ਨੇ ਕੀਤੀ ਹੈ। ਤਾਂ ਇਹ ਆਪਾਂ ਨੂੰ ਦੱਸਣਾ ਹੈ। ਮਤਲਬ ਕਿ ਵੀ ਪ੍ਰਾਪਤੀ ਦੀ ਲੋੜ ਆ, ਵੀ ਜਿਹੜੇ ਜ਼ਿਆਦਾ ਮਿਹਨਤ ਕਰ ਸਕਦੇ ਨੇ, ਜ਼ਿਆਦਾ ਜ਼ਿੰਮੇਵਾਰੀਆਂ ਚੱਕ ਸਕਦੇ ਨੇ, ਜ਼ਿਆਦਾ ਖਤਰਾ ਲੈ ਸਕਦੇ ਨੇ, ਉਹ ਜ਼ਿਆਦਾ ਪ੍ਰਾਪਤ ਕਰਦੇ ਨੇ। ਮਤਲਬ ਇਹ ਇੱਦਾਂ ਦੀ ਗੱਲ ਕੌਣ ਕਰਦਾ ਹੈ, ਕਿਹੜੇ ਮਨੋਵਿਗਿਆਨਿਕਾਂ ਨੇ ਇਸ ਗੱਲ ਦੀ ਹਮਾਇਤ ਕੀਤੀ ਹੈ। ਤਾਂ ਦੇਖੋ ਜੀ, ਸਿੰਪਲ ਜੀ ਗੱਲ ਇਹਦੇ 'ਚ ਆਪਾਂ ਲੱਭਾਂਗੇ। ਤਾਂ ਫਸਟ ਆਪਸ਼ਨ ਦੇ ਵਿੱਚ ਹੈ ਜੀ ਮੈਕਲੀਲੈਂਡ ਅਤੇ ਐਟਕਿਨਸਨ ਸੈਕਿੰਡ ਆਪਸ਼ਨ ਹੈ। ਥਰਡ ਆਪਸ਼ਨ ਹੈ ਵੀ ਉਪਰੋਕਤ ਸਾਰੇ, ਜਾਂ ਫਿਰ ਆਪਸ਼ਨ ਡੀ ਮੈਸਲੋ। ਤਾਂ ਇਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਉਹ ਮਤਲਬ ਇੱਕ ਇਹਨਾਂ ਨੇ ਸਪੈਸ਼ਲ ਖੋਜ ਕੀਤੀ ਸੀ ਮੈਕਲੀਲੈਂਡ ਅਤੇ ਐਟਕਿਨਸਨ ਨੇ। ਤਾਂ ਉੱਥੇ ਤੋਂ ਇਹਨਾਂ ਨੇ ਇੱਕ ਸਿੱਟਾ ਕੱਢਿਆ ਸੀ ਵੀ ਜਿਹੜੇ ਉੱਦਮਕਰਤਾ ਵਾਲੇ ਵਿਅਕਤੀ ਨੇ, ਜਿਹੜੇ ਜ਼ਿਆਦਾ ਜ਼ਿੰਮੇਵਾਰੀਆਂ ਚੱਕ ਸਕਦੇ ਨੇ, ਉਹ ਫਿਰ ਜ਼ਿਆਦਾ ਪ੍ਰਾਪਤੀ ਵੀ ਕਰ ਸਕਦੇ ਨੇ, ਠੀਕ ਹੈ। ਵੀ ਉਹਨਾਂ ਦੇ ਵਿੱਚ ਇੱਕ ਕੀ ਹੈ, ਅਚੀਵਮੈਂਟ ਦੇ ਲਈ ਮਤਲਬ ਉਹਨਾਂ ਦੇ ਵਿੱਚ ਸ਼ਮਤਾ ਹੈ ਨਾ, ਮੋਟੀਵੇਸ਼ਨ ਹੈ ਉਹਨਾਂ ਲਈ ਕੁਝ ਅਚੀਵ ਕਰਨ ਦਾ, ਨੀਡ ਫੋਰ ਅਚੀਵਮੈਂਟ, ਇਹ ਇੱਦਾਂ ਹੀ ਟਰਮ ਹੈ ਇੱਕ, ਠੀਕ ਹੈ, ਪ੍ਰਾਪਤੀ ਦੀ ਲੋੜ। ਤਾਂ ਇਸ ਦੇ ਵਿੱਚੋਂ ਦੇਖੋ ਜੀ, ਦੋਨਾਂ ਨੇ ਗੱਲ ਕੀਤੀ ਹੈ, ਮੈਕਲੀਲੈਂਡ ਨੇ ਵੀ ਕੀਤੀ ਹੈ ਅਤੇ ਐਟਕਿਨਸਨ ਨੇ ਵੀ ਕੀਤੀ ਹੈ। ਤਾਂ ਉਪਰੋਕਤ ਦੋਵੇਂ ਵਾਲੀ ਆਪਸ਼ਨ ਆਪਾਂ ਸਿਲੈਕਟ ਕਰਾਂਗੇ। ਦੋਨਾਂ ਨੇ ਰਲ ਕੇ ਇੱਕ ਖੋਜ ਕੀਤੀ ਸੀ ਜਿਸ ਦਾ ਇਹ ਇਹਨਾਂ ਨੇ ਸਿੱਟਾ ਕੱਢਿਆ ਸੀ, ਠੀਕ ਹੈ ਜੀ। ਤਾਂ ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਤੁਸੀਂ ਰੱਖਿਓ। ਇਸ ਤੋਂ ਬਿਨਾਂ ਥਿਊਰੀਜ਼ ਨੇ ਜਿਹੜੀਆਂ ਉਹ ਆਪਾਂ ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਮੈਸਲੋ ਹੋਇਆ, ਇਸ ਤੋਂ ਬਿਨਾਂ ਹੋਰ ਵੀ, ਹੈ ਨਾ, ਮੋਟੀਵੇਸ਼ਨ ਅਚੀਵਮੈਂਟ ਦੀਆਂ ਥਿਊਰੀਆਂ, ਉਹ ਚੀਜ਼ਾਂ ਆਪਾਂ ਹਾਲੇ ਡਿਸਕਸ ਕਰਨੀਆਂ ਨਹੀਂ, ਹੈ ਨਾ। ਨੈਕਸਟ ਥਿਊਰੀ ਵਾਲੀ ਕਲਾਸ ਆਏਗੀ, ਉਹਦੇ ਵਿੱਚ ਆਪਾਂ ਡਿਸਕਸ ਕਰਾਂਗੇ। ਤਾਂ ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਜੀ ਪ੍ਰਸ਼ਨ ਨੰਬਰ 13, ਹੇਠ ਲਿਖਿਆਂ ਵਿੱਚੋਂ ਕਿਹੜੀ ਬਾਹਰੀ ਪ੍ਰੇਰਨਾ ਦੀ ਉਦਾਹਰਨ ਨਹੀਂ ਹੈ। ਐਕਸਟ੍ਰਿੰਸਿਕ ਮੋਟੀਵੇਸ਼ਨ ਬਾਹਰੀ ਪ੍ਰੇਰਨਾ ਦੀ ਉਦਾਹਰਨ ਨਹੀਂ, ਠੀਕ ਹੈ ਜੀ, ਨਹੀਂ ਧਿਆਨ ਦੇ ਵਿੱਚ ਰੱਖਿਓ। ਤਾਂ ਦੇਖੋ ਜੀ, ਇਨਾਮ, ਆਪਾਂ ਕਿਸੇ ਨੂੰ ਕਹਿ ਦਿੰਦੇ ਹਾਂ ਵੀ ਤੂੰ ਇਹ ਕੰਮ ਕਰ, ਤੈਨੂੰ ਇਨਾਮ ਮਿਲੂਗਾ, ਬੱਚੇ ਨੂੰ ਆਪਾਂ ਇਨਾਮ ਦਾ ਲਾਲਚ ਦੇਤਾ, ਤਾਂ ਇਹ ਬਾਹਰੀ ਪ੍ਰੇਰਨਾ ਹੋ ਗਈ। ਧਨ ਕੀ ਹੈ, ਬਾਹਰੀ ਪ੍ਰੇਰਨਾ ਹੈ, ਠੀਕ ਹੈ ਜੀ। ਨੌਕਰੀ ਕੀ ਹੈ, ਬਾਹਰੀ ਪ੍ਰੇਰਨਾ ਹੈ, ਠੀਕ ਹੈ। ਬੱਚਾ ਪੁਸਤਕਾਂ ਦੇ ਪਿਆਰ ਕਰਕੇ ਪੜ੍ਹਦਾ ਹੈ, ਇਹ ਉਸਦੀ ਅੰਦਰੂਨੀ ਪ੍ਰੇਰਨਾ ਹੈ ਜੀ। ਆਪਾਂ ਨੇ ਕੀ ਦੱਸਣਾ ਸੀ ਕਿ ਬਾਹਰੀ ਨਹੀਂ ਹੈ, ਬਾਹਰੀ ਪ੍ਰੇਰਨਾ ਦੀ ਉਦਾਹਰਨ ਨਹੀਂ ਹੈ। ਤਾਂ ਇਹ ਜਿਹੜੀ ਬਾਹਰੀ ਪ੍ਰੇਰਨਾ ਦੀ ਉਦਾਹਰਨ ਨਹੀਂ ਹੈ, ਡੀ ਆਪਸ਼ਨ ਸਾਡੇ ਕੋਲ ਰਾਈਟ ਆਨਸਰ ਹੋ ਜਾਵੇਗਾ। ਬੱਚੇ ਨੂੰ ਪੁਸਤਕਾਂ ਦੇ ਨਾਲ ਪਿਆਰ ਹੈ, ਉਹਨੂੰ ਕਿਤਾਬਾਂ ਪੜ੍ਹਨੀਆਂ ਵਧੀਆ ਲੱਗਦੀਆਂ ਨੇ, ਤਾਂ ਉਹ ਅੰਦਰੋਂ ਪ੍ਰੇਰਿਤ ਹੈ, ਠੀਕ ਹੈ ਜੀ। ਇਸ ਦੇ ਨਾਲ ਉਸਦੇ ਅੰਦਰ ਦਾ ਸੰਬੰਧ ਹੈ, ਤਾਂ ਅੰਦਰੋਂ ਉਸਦੇ ਕਹਿ ਸਕਦੇ ਆਪਾਂ ਪ੍ਰੇਰਨਾ ਜਿਹੜੀ ਉਪਜੀ ਹੈ, ਤਾਂ ਇਹ ਅੰਦਰੂਨੀ ਪ੍ਰੇਰਨਾ ਦੀ ਉਦਾਹਰਨ ਹੈ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਡੀ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਵੇਗਾ। ਪ੍ਰਸ਼ਨ ਨੰਬਰ 14, ਥੋਰਨਡਾਈਕ ਅਨੁਸਾਰ ਕਿਹੜਾ ਸਿੱਖਣ ਦਾ ਸੈਕੰਡਰੀ ਨਿਯਮ ਨਹੀਂ ਹੈ। ਥੋਰਨਡਾਈਕ ਦੇ ਅਨੁਸਾਰ ਸਿੱਖਣ ਦਾ ਪ੍ਰਾਇਮਰੀ ਨਿਯਮ ਨਹੀਂ ਹੈ। ਇਹ ਕੁਐਸਚਨ ਅਸੀਂ ਨੇ ਤਾਂ ਸ਼ਾਮਿਲ ਕੀਤਾ ਜੀ ਕਿਉਂਕਿ ਜਿਹੜੀ ਇਸ ਤੋਂ ਪਹਿਲਾਂ ਵਾਲੀ MCQ ਦੀ ਕਲਾਸ ਸੀ ਉਹਦੇ ਵਿੱਚ ਅਸੀਂ ਲਾਸਟ ਵਿੱਚ ਤੁਹਾਡੇ ਲਈ ਇਹ ਕੁਐਸਚਨ ਛੱਡਿਆ ਸੀ। ਕਾਫੀ ਦੋਸਤਾਂ ਦਾ ਉਸ ਦੇ ਵਿੱਚ ਰਾਈਟ ਆਨਸਰ ਆਇਆ ਸੀ, ਤਾਂ ਵਧੀਆ ਗੱਲ ਹੈ, ਠੀਕ ਹੈ। ਬਾਕੀ ਇੱਕ ਵਾਰ ਸਾਡਾ ਫਰਜ਼ ਬਣਦਾ ਕਿ ਅਸੀਂ ਰਾਈਟ ਆਨਸਰ ਵੀ ਕਲੀਅਰ ਕਰ ਦਈਏ। ਤਾਂ ਇਹਦੇ 'ਚ ਦੇਖੋ ਜੀ, ਇਹਨਾਂ ਨੇ ਕੀ ਕਿਹਾ ਸੀ, ਕਹਿੰਦੇ ਸੈਕੰਡਰੀ ਨਿਯਮ ਨਹੀਂ ਹੈ, ਮਤਲਬ ਕਿ ਪ੍ਰਾਇਮਰੀ ਦੱਸਣਾ ਸੀ ਕਿਹੜਾ ਹੈ। ਸੈਕੰਡਰੀ ਨਹੀਂ, ਇਹਦਾ ਮਤਲਬ ਪ੍ਰਾਇਮਰੀ। ਹੁਣ ਦੇਖੋ, ਨਵੀਨਤਾ ਦਾ ਨਿਯਮ, ਨਵੀਨਤਾ ਦਾ ਨਿਯਮ ਹੈ ਜਿਹੜਾ, ਇਹ ਕੀ ਹੈ ਜੀ, ਸੈਕੰਡਰੀ ਹੈ। ਅਪਣੰਤ ਦਾ ਨਿਯਮ ਯਾਨੀ ਕਿ ਲਾ ਆਫ ਬਿਲੋਂਗਿੰਗਨੈਸ ਕੀ ਹੈ, ਸੈਕੰਡਰੀ ਹੈ। ਤਤਪਰਤਾ ਦਾ ਨਿਯਮ ਇਹ ਪ੍ਰਾਇਮਰੀ ਹੈ, ਠੀਕ ਹੈ, ਇਹ ਪ੍ਰਾਇਮਰੀ ਹੋ ਗਿਆ। ਅਤੇ ਉਤੇਜਕ ਦੀ ਤੀਬਰਤਾ ਕੀ ਹੋ ਗਿਆ ਜੀ, ਇਹ ਵੀ ਸੈਕੰਡਰੀ ਹੋ ਗਿਆ। ਤਾਂ ਆਪਾਂ ਨੂੰ ਦੱਸਣਾ ਸੀ ਸੈਕੰਡਰੀ ਨਹੀਂ ਹੈ, ਤਤਪਰਤਾ ਦਾ ਨਿਯਮ ਜਿਹੜਾ ਇਹ ਸੈਕੰਡਰੀ ਨਹੀਂ ਹੈ ਬਲਕਿ ਇਹ ਪ੍ਰਾਇਮਰੀ ਨਿਯਮ ਹੈ, ਠੀਕ ਹੈ ਜੀ। ਇਸ ਤਰੀਕੇ ਨਾਲ ਇਹਦਾ
सी ऑप्शन राइट आंसर होना सी। इस तो बाद है जी प्रश्न नंबर 15, प्रेरणा के संदर्भ ਵਿੱਚ ਪ੍ਰਯੋਜਨ ਦੇ ਕਾਰਜ ਦੱਸੋ। ਪ੍ਰੇਰਨਾ ਦੇ ਸੰਦਰਭ 'ਚ ਦੱਸਣਾ ਆਪਾਂ ਨੇ ਪ੍ਰਯੋਜਨ ਦੇ ਕੰਮ ਕਿਹੜੇ-ਕਿਹੜੇ ਹੁੰਦੇ ਨੇ, ਠੀਕ ਹੈ। ਜਿਹੜੇ ਮੋਟਿਵ ਹੈ ਉਸ ਦੇ ਮਤਲਬ ਕਿਹੜੇ-ਕਿਹੜੇ ਜਿਹੜੇ ਕੰਮ ਨੇ ਉਹ ਆਪਾਂ ਨੇ ਦੱਸਣੇ ਨੇ। ਤਾਂ ਦੇਖੋ ਜੀ ਇਸ ਦੇ 'ਚ ਕੀ ਹੋਏਗਾ, ਕਿਰਿਆ ਸ਼ੁਰੂ ਕਰਨਾ, ਟੂ ਇਨੀਸ਼ੀਏਟ, ਇਹ ਪ੍ਰਯੋਜਨ ਦਾ ਕੰਮ ਹੈਗੇ ਆ, ਬਿਲਕੁਲ ਹੈਗੇ ਜੀ, ਹੈਗੇ ਤਾਂ ਇਹ ਤਾਂ ਬਿਲਕੁਲ ਠੀਕ ਹੈ। ਟੀਚੇ ਦੀ ਪ੍ਰਾਪਤੀ ਤੱਕ ਕਿਰਿਆ ਜਾਰੀ ਰਹਿੰਦੀ ਹੈ, ਟੂ ਪਰਸਿਸਟ, ਮਤਲਬ ਪ੍ਰਤਿਸ਼ਠਾ, ਮਤਲਬ ਕਿ ਜਿਹੜਾ ਪ੍ਰਯੋਜਨ ਹੈ ਨਾ ਉਹਨੇ ਮਤਲਬ ਕਿਰਿਆ ਸ਼ੁਰੂ ਤਾਂ ਕਰਤੀ। ਦੇਖੋ ਆਪਾਂ ਪਹਿਲੇ ਪੁਆਇੰਟ 'ਚ ਪੜ੍ਹੇ, ਕਿਰਿਆ ਨੂੰ ਸ਼ੁਰੂ ਤਾਂ ਕਰਤਾ ਪਰ ਜਦੋਂ ਤੱਕ ਟੀਚੇ ਦੀ ਪ੍ਰਾਪਤੀ ਨਹੀਂ ਹੁੰਦੀ ਨਾ ਉਹ ਕਿਰਿਆ ਜਾਰੀ ਰਹੂਗੀ। ਇਹ ਵੀ ਕੰਮ ਹੈਗੇ ਪ੍ਰਯੋਜਨ ਦਾ। ਕਿਰਿਆਵਾਂ ਨੂੰ ਦਿਸ਼ਾ ਦੇਣਾ, ਵੀ ਕਿਸ ਦਿਸ਼ਾ ਦੇ ਵਿੱਚ ਆਪਾਂ ਨੇ ਕੰਮ ਕਰਨਾ, ਇਹ ਵੀ ਕੰਮ ਹੈਗੇ ਪ੍ਰਯੋਜਨ ਦਾ। ਮੋਟਿਵ ਦੇ ਕੰਮ ਕਹਿ ਰਹੇ ਹਾਂ ਆਪਾਂ, ਇਹ ਮੋਟਿਵ ਦੀ ਇੱਕ ਟਰਮ ਪੜ੍ਹੀ ਸੀ ਨਾ ਆਪਾਂ ਨੇ, ਤਾਂ ਉਹਦੇ ਇੱਕ ਕੰਮ ਨੇ ਪ੍ਰਯੋਜਨ ਦੇ ਜੋ ਸਵਾਲ ਬਣਦਾ ਜੀ, ਠੀਕ ਹੈ। ਇਹਨੂੰ ਧਿਆਨ ਦੇ ਨਾਲ ਸੁਣਿਓ। ਤਾਂ ਤਿੰਨੇ ਕੰਮ ਇਸ 'ਤੇ ਹੈਗੇ ਨੇ, ਕਿਰਿਆ ਨੂੰ ਸ਼ੁਰੂ ਕਰਨਾ, ਜਾਰੀ ਰੱਖਣਾ ਅਤੇ ਦਿਸ਼ਾ ਦੇਣਾ। ਤਾਂ ਉਪਰੋਕਤ ਸਾਰੇ ਵਾਲੀ ਆਪਸ਼ਨ ਆਪਾਂ ਸਿਲੈਕਟ ਕਰਾਂਗੇ, ਠੀਕ ਹੈ ਜੀ। ਇਹ ਸਾਡਾ ਇਸ ਦੇ 'ਚ ਰਾਈਟ ਆਨਸਰ ਹੋ ਜਾਵੇਗਾ। ਇਹ ਸਾਰੇ ਕੰਮ ਪ੍ਰਯੋਜਨ ਦੇ ਹੈਗੇ ਨੇ। ਤਾਂ 15 ਨੰਬਰ ਪ੍ਰਸ਼ਨ ਦਾ ਰਾਈਟ ਆਨਸਰ ਆਪਾਂ ਨੇ ਡਿਸਕਸ ਕਰ ਲਿਆ ਜੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 16, ਇੱਕ ਅਧਿਆਪਕ ਦੇ ਰੂਪ ਵਿੱਚ ਤੁਸੀਂ ਵਿਦਿਆਰਥੀ ਨੂੰ ਕਲਾਸ ਵਿੱਚੋਂ ਪਹਿਲੇ ਸਥਾਨ 'ਤੇ ਆਉਣ ਲਈ ਪ੍ਰੇਰਿਤ ਕਰਨਾ ਹੈ। ਤੁਸੀਂ ਚਾਹੁੰਦੇ ਹੋ ਵੀ ਜਿਹੜਾ ਬੱਚਾ ਹੈ ਤੁਹਾਡੀ ਕਲਾਸ ਦਾ ਕੋਈ ਵਿਦਿਆਰਥੀ ਹੈ ਉਹ ਕੀ ਕਰੇ, ਕਲਾਸ ਵਿੱਚੋਂ ਪਹਿਲੇ ਸਥਾਨ 'ਤੇ ਆਵੇ ਅਤੇ ਤੁਸੀਂ ਉਸ ਨੂੰ ਪ੍ਰੇਰਿਤ ਕਰਨਾ ਹੈ। ਤਾਂ ਤੁਸੀਂ ਕੀ ਕਦਮ ਉਠਾਓਗੇ ਇਹ ਤੁਸੀਂ ਦੱਸਣਾ ਹੈਗਾ। ਤਾਂ ਨੰਬਰ 1 ਪਹਿਲੀ ਆਪਸ਼ਨ ਦਿੱਤੀ ਗਈ ਹੈ, ਦਿਨ ਰਾਤ ਕੁੱਟ ਕੇ ਪੜ੍ਹਾਓਗੇ, ਜਾਂ ਫਿਰ ਨੌਕਰੀ ਮਿਲਣ ਦਾ ਲਾਲਚ ਦੇਵੋਗੇ, ਜਾਂ ਫਿਰ ਕਹਿ ਸਕਦੇ ਕਿ ਅੰਦਰੂਨੀ ਪ੍ਰੇਰਨਾ ਦੇਵੋਗੇ, ਜਾਂ ਫਿਰ ਉਪਰੋਕਤ ਸਾਰੇ। ਇਹਦੇ ਵਿੱਚ ਮਤਲਬ ਆਪਸ਼ਨਾਂ ਮੈਂ ਬਹੁਤ ਘੈਂਟ ਤਰੀਕੇ ਨਾਲ ਸੈੱਟ ਕੀਤੀਆਂ ਨੇ ਇਹਦੀਆਂ, ਠੀਕ ਹੈ। ਤਾਂ ਹੁਣ ਗੱਲ ਸੁਣੋ, ਪਹਿਲੀ ਆਪਸ਼ਨ ਕੀ ਆਖ ਰਹੀ ਹੈ, ਕਹਿੰਦੀ ਕੁੱਟ ਮਾਰ ਕੇ ਪੜ੍ਹਾਓਗੇ। ਪੈਡਾਗੋਜੀ ਦੇ ਅਕੋਰਡਿੰਗ ਇਹ ਤਾਂ ਪਾਪ ਹੈ, ਕੁੱਟ ਮਾਰਨ ਦੀ ਤਾਂ ਗੱਲੇ ਨਹੀਂ ਕਰਨੀ। ਪਹਿਲੀ ਆਪਸ਼ਨ ਕੱਟ ਗਈ। ਹੁਣ ਬਹੁਤਿਆਂ ਨੇ ਕੀ ਕਰਿਆ ਹੋਣਾ, ਉਪਰੋਕਤ ਸਾਰੇ ਵਾਲੀ 'ਤੇ ਡਿੱਗ ਗਏ ਹੋਣੇ, ਪਰ ਇੱਕ ਆਪਸ਼ਨ ਵੀ ਤਾਂ ਦੇਖੋ ਕਿੰਨੀ ਨੈਗੇਟਿਵ ਪਈ ਹੈ, ਕੁੱਟ ਮਾਰ ਕੇ ਪੜ੍ਹਾਓਗੇ, ਤਾਂ ਗਲਤ ਹੈ। ਪਹਿਲੀ ਆਪਸ਼ਨ ਕੱਟ ਗਈ ਤਾਂ ਉਪਰੋਕਤ ਸਾਰੇ ਵਾਲਾ ਤਾਂ ਆਨਸਰ ਕੱਟ ਗਿਆ। ਡੀ ਆਪਸ਼ਨ ਤਾਂ ਆ ਨਹੀਂ ਸਕਦੀ ਕਿਉਂਕਿ ਪਹਿਲੀ ਕੱਟ ਗਈ, ਤਾਂ ਉਪਰੋਕਤ ਸਾਰੇ ਵਾਲਾ ਤਾਂ ਆ ਨਹੀਂ ਸਕਦਾ। ਹੁਣ ਰੌਲਾ ਰਹਿ ਗਿਆ ਦੋ ਆਪਸ਼ਨਾਂ ਦਾ, ਨੌਕਰੀ ਮਿਲਣ ਦਾ ਲਾਲਚ ਦੇਵੋਗੇ ਜਾਂ ਫਿਰ ਅੰਦਰੂਨੀ ਪ੍ਰੇਰਨਾ ਉਹਦੇ ਪੈਦਾ ਕਰੋਗੇ। ਦੇਖੋ ਜੀ ਗੱਲ ਸੁਣੋ, ਨੌਕਰੀ ਮਿਲਣ ਦਾ ਲਾਲਚ ਦਿੱਤਾ ਜਾ ਸਕਦਾ ਸੀ, ਇਹ ਕੀ ਹੋ ਜਾਊਗਾ, ਬਾਹਰੀ ਪ੍ਰੇਰਨਾ ਹੋ ਜਾਊਗੀ, ਠੀਕ ਹੈ। ਲਾਲਚ ਉਸ ਦਾ ਦੇਣਾ ਵੀ ਤੂੰ ਵਧੀਆ ਪੜ੍ਹੇਗਾ, ਟੌਪ ਕਰੇਗਾ, ਤੇਰੇ ਨੰਬਰ ਵਧੀਆ ਆਉਣਗੇ, ਤੂੰ ਮਤਲਬ ਨੌਕਰੀ ਲੈ ਸਕੇ, ਲਾਲਚ ਦਿੱਤਾ ਜਾ ਸਕਦਾ ਸੀ। ਤਾਂ ਇਹ ਕੀ ਹੋ ਜਾਣੀ ਸੀ, ਬਾਹਰੀ ਪ੍ਰੇਰਨਾ। ਪਰ ਉਸ ਤੋਂ ਵੀ ਬੈਸਟ ਆਪਸ਼ਨ ਆਪਣੇ ਕੋਲ ਅੰਦਰੂਨੀ ਪ੍ਰੇਰਨਾ ਦੀ ਪਈ ਹੈ ਜੀ। ਸੀ ਆਪਸ਼ਨ ਇਸ 'ਤੇ 'ਚ ਰਾਈਟ ਆਨਸਰ ਹੋਏਗਾ, ਅੰਦਰੂਨੀ ਪ੍ਰੇਰਨਾ। ਹੁਣ ਤੁਸੀਂ ਕਹੋਗੇ ਵੀ ਬੀ ਆਪਸ਼ਨ ਆਪਾਂ ਕਿਉਂ ਨਹੀਂ ਮੰਨੀ ਜੀ, ਬੀ ਆਪਸ਼ਨ ਵੀ ਤਾਂ ਇੱਕ ਬਾਹਰੀ ਪ੍ਰੇਰਨਾ ਹੋ ਗਈ। ਤਾਂ ਤੁਹਾਨੂੰ ਇੱਥੇ ਦੱਸ ਦਈਏ ਜੀ, ਆਪਾਂ ਪ੍ਰੇਰਨਾ ਦੋ ਤਰੀਕੇ ਨਾਲ ਪੜ੍ਹੀ ਸੀ, ਇੱਕ ਸੀ ਬਾਹਰੀ ਪ੍ਰੇਰਨਾ, ਇੱਕ ਸੀ ਅੰਦਰੂਨੀ ਪ੍ਰੇਰਨਾ, ਠੀਕ ਹੈ। ਤਾਂ ਇਹ ਦੋ ਕਿਸਮਾਂ ਹੁੰਦੀਆਂ ਨੇ ਪ੍ਰੇਰਨਾ ਦੀਆਂ, ਜਾਂ ਕਹਿ ਲਓ ਕਿ ਮੋਟੀਵੇਸ਼ਨ ਜਿਹੜਾ ਉਹ 2 ਟਾਈਪਸ ਦਾ ਹੁੰਦਾ ਹੈ, ਇੱਕ ਹੁੰਦਾ ਇੰਟਰਿੰਸਿਕ ਅਤੇ ਇੱਕ ਹੁੰਦਾ ਐਕਸਟਰਿੰਸਿਕ। ਤਾਂ ਇਹਨਾਂ ਦੇ ਵਿੱਚੋਂ ਜੇਕਰ ਮੈਂ ਗੱਲ ਕਰਾਂ, ਜਿਹੜਾ ਬਾਹਰੀ ਪ੍ਰੇਰਨਾ ਹੈ ਨਾ ਜੀ, ਇਹ ਨੈਗੇਟਿਵ ਮੰਨੀ ਜਾਂਦੀ ਹੈ। ਬਾਹਰੀ ਪ੍ਰੇਰਨਾ ਕੋਈ ਇੰਨੀ ਵੈਸਟ ਨਹੀਂ ਹੈਗੀ, ਤੁਸੀਂ ਇੱਕ ਵਾਰ ਉਹਨੂੰ ਲਾਲਚ ਦੇ ਦੋਗੇ ਵੀ ਟੌਪ ਕਰ ਜਾ। ਹੁਣ ਉਹ ਕਿੰਨਾ ਕੁ ਚਿਰ ਲਾਲਚ ਦੇਈ ਚੱਲੋਗੇ। ਹੁਣ ਮੰਨ ਕੇ ਚਲੋ ਪੇਰੈਂਟਸ ਨੇ ਲਾਲਚ ਦੇਤਾ ਬੱਚੇ ਨੂੰ ਵੀ ਤੂੰ ਕਲਾਸ ਦੇ ਵਿੱਚੋਂ ਟੌਪ ਕਰੇਗਾ, ਤੈਨੂੰ ਇਹ ਚੀਜ਼ ਮਿਲੂਗੀ। ਤਾਂ ਹੁਣ ਉਹ ਚੀਜ਼ਾਂ ਕਿੰਨੀ ਕੁ ਵਾਰ ਦੇਈ ਚੱਲਾਂਗੇ, ਬੱਚੇ ਨੂੰ ਅੰਦਰੂਨੀ ਪ੍ਰੇਰਨਾ ਵੀ ਤਾਂ ਪੈਦਾ ਕਰਨੀ ਪਊਗੀ ਨਾ। ਤਾਂ ਇਸ ਕਰ ਇਹ ਪ੍ਰੇਰਨਾ ਜਿਹੜੀ ਅੰਦਰੂਨੀ ਪ੍ਰੇਰਨਾ ਇਹ ਪੋਜ਼ੀਟਿਵ ਮੰਨੀ ਜਾਂਦੀ ਹੈ, ਇਹ ਨੈਗੇਟਿਵ ਮੰਨੀ ਜਾਂਦੀ ਹੈ। ਹੁਣ ਇੱਥੇ ਆਪਸ਼ਨਾਂ ਦੇ ਵਿੱਚ ਕੀ ਹੋ ਗਿਆ ਸੀ, ਹੁਣ ਗੱਲ ਸੁਣੋ, ਅੰਦਰੂਨੀ ਪ੍ਰੇਰਨਾ ਦੀ ਨਾ ਹੁੰਦੀ ਆਪਣੇ ਕੋਲ ਆਪਸ਼ਨ, ਹੋਰ ਬੇਕਾਰ ਆਪਸ਼ਨਾਂ ਪਈਆਂ ਹੁੰਦੀਆਂ, ਤਾਂ ਆਪਾਂ ਨੌਕਰੀ ਮਿਲਣ ਲਈ ਉਹ ਮਿਲ ਜੂਗੀ ਚੀਜ਼ ਦਾ ਲਾਲਚ ਆਪਾਂ ਨੂੰ ਦੇ ਸਕਦੇ ਸੀ। ਮਤਲਬ ਬਾਹਰੀ ਪ੍ਰੇਰਨਾ ਚੰਗੀ ਹੈ, ਪਰ ਕਦੋਂ ਚੰਗੀ ਹੈ, ਜਦੋਂ ਆਪਣੇ ਕੋਲ ਅੰਦਰੂਨੀ ਵਾਲੀ ਆਪਸ਼ਨ 'ਚ ਨਹੀਂ ਹੈਗੀ। ਹੁਣ ਅੰਦਰੂਨੀ ਵਾਲੀ ਆਪਸ਼ਨ ਦੇ ਵਿੱਚ ਪਈ ਹੈ ਤਾਂ ਬਾਹਰੀ ਵਾਲੀ ਨੂੰ ਆਪਾਂ ਇਗਨੋਰ ਕਰਾਂਗੇ, ਠੀਕ ਹੈ ਜੀ। ਤਾਂ ਬਾਹਰੀ ਪ੍ਰੇਰਨਾ ਜਿਹੜੀ ਉਹ ਨੈਗੇਟਿਵ ਮੰਨੀ ਜਾਂਦੀ ਹੈ, ਪਰ ਜਦੋਂ ਹੋਰ ਕੋਈ ਹੱਲ ਨਹੀਂ ਤਾਂ ਬਾਹਰੀ ਪ੍ਰੇਰਨਾ ਨੂੰ ਆਪਾਂ ਪੋਜ਼ੀਟਿਵ ਵੀ ਮੰਨ ਲੈਂਦੇ ਹਾਂ। ਪਰ ਜਿਹੜੀ ਅੰਦਰੂਨੀ ਪ੍ਰੇਰਨਾ ਇਹ ਹਮੇਸ਼ਾ ਹੀ ਪੋਜ਼ੀਟਿਵ ਮੰਨੀ ਜਾਂਦੀ ਹੈ, ਅੰਦਰੂਨੀ ਪ੍ਰੇਰਨਾ ਬੈਸਟ ਹੈ। ਹੁਣ ਬੱਚੇ ਦੇ ਜਦੋਂ ਅੰਦਰੋਂ ਆਇਆ ਮੈਂ ਤਾਂ ਟੌਪ ਕਰਨਾ, ਮੈਂ ਤਾਂ ਮੈਨੂੰ ਕਿਤਾਬਾਂ ਨਾਲ ਪਿਆਰ ਹੈ, ਮੈਂ ਤਾਂ ਪੜ੍ਹਨਾ, ਤਾਂ ਉਹ ਪੜ੍ਹੂਗਾ, ਕੋਈ ਦਿੱਕਤ ਹੀ ਨਹੀਂ, ਉਸ ਨੂੰ ਵਾਰ-ਵਾਰ ਪ੍ਰੇਰਨਾ ਦੀ ਲੋੜ ਹੀ ਨਹੀਂ ਪੈਣੀ। ਜਦੋਂ ਇੱਕ ਵਾਰ ਅੰਦਰੋਂ ਪ੍ਰੇਰਨਾ ਜਿਹੜੀ ਉਹ ਪੈਦਾ ਹੋ ਗਈ ਤਾਂ ਤੁਸੀਂ ਉਸ ਨੂੰ ਅੰਦਰੂਨੀ ਪ੍ਰੇਰਨਾ ਦਿਓਗੇ, ਠੀਕ ਹੈ। ਇਹ ਤੁਹਾਡਾ ਕਦਮ ਹੋਏਗਾ, ਠੀਕ ਹੈ ਜੀ। ਤਾਂ ਆਪਣੇ ਕੋਲ ਸੀ ਆਪਸ਼ਨ ਇਸ ਦੇ 'ਚ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 17, ਹਰਵਿੰਦਰ ਨੇ ਆਪਣੇ ਘਰ ਵਿੱਚ ਜ਼ਰੂਰੀ ਸਮਾਨ ਦੇ ਲਈ, ਜ਼ਰੂਰੀ ਸਮਾਨ ਮਤਲਬ ਕੋਈ ਨੂਣ ਮਿਰਚ ਲਿਆਉਣਾ ਹੋਣਾ, ਠੀਕ ਹੈ, ਜ਼ਰੂਰੀ ਸਮਾਨ ਲਈ ਆਪਣੇ ਪਿਤਾ ਨੂੰ ਕਿਸੇ ਤੋਂ ਪੈਸੇ ਉਧਾਰ ਲੈਂਦੇ ਹੋਏ ਵੇਖਿਆ। ਉਸ ਤੋਂ ਬਾਅਦ ਉਸਨੇ ਆਪਣੇ ਦੋਸਤ ਕੋਲ ਜਾ ਕੇ
ਘਰ ਵਿੱਚ ਪੈਸੇ ਦੀ ਘਾਟ ਦੱਸੀ। ਉਸਨੇ ਆਪਣੇ ਦੋਸਤ ਨੂੰ ਦੱਸਿਆ ਵੀ ਅੱਜ ਇਹ ਘਟਨਾ ਵਾਪਰੀ, ਮੇਰੇ ਪਿਤਾ ਜੀ ਪੈਸੇ ਮੰਗ ਰਹੇ ਸੀ, ਸਾਡੇ ਘਰ ਪੈਸੇ ਦੀ ਘਾਟ ਹੈ, ਅਤੇ ਪੈਸੇ ਕਮਾਉਣ ਦੇ ਤਰੀਕੇ ਪੁੱਛਣ ਲੱਗਾ। ਠੀਕ ਹੈ ਜੀ, ਪੁੱਛ ਲਿਆ ਹਰਵਿੰਦਰ ਨੇ, ਕੋਈ ਗੱਲ ਨਹੀਂ। ਅਤੇ ਹਰਵਿੰਦਰ ਅੰਦਰ ਪ੍ਰੇਰਨਾ ਦੀ ਸ਼ੁਰੂਆਤ ਹੋਈ। ਹਾਂਜੀ, ਪ੍ਰੇਰਨਾ ਦੀ ਸ਼ੁਰੂਆਤ ਤਾਂ ਹੋਊਗੀ ਕਿਉਂਕਿ ਉਹ ਜਾਣਨਾ ਚਾਹੁੰਦਾ ਹੈ ਵੀ ਪੈਸਾ ਕਿਵੇਂ ਕਮਾਇਆ ਜਾ ਸਕਦਾ ਹੈ, ਸਾਡੇ ਘਰ 'ਚ ਪੈਸੇ ਦੀ ਘਾਟ ਹੈ, ਤਾਂ ਇਹ ਚੀਜ਼ ਤਾਂ ਜਾਣ ਗਿਆ। ਤਾਂ ਇਸ ਸਥਿਤੀ ਦੇ ਵਿੱਚ ਪੈਸਾ ਕੀ ਚੀਜ਼ ਹੈ, ਪੈਸਾ ਕੀ ਹੈ? ਅਮੀਰੀ ਦਾ ਇੱਕ ਸਾਧਨ ਹੈ, ਜਾਂ ਫਿਰ ਪ੍ਰੇਰਕ ਹੈ, ਜਾਂ ਫਿਰ ਉਤੇਜਨ ਹੈ, ਜਾਂ ਫਿਰ ਲੋੜ ਹੈ। ਕੁਐਸਚਨ ਬੜਾ ਘੈਂਟ ਬਣ ਗਿਆ। ਠੀਕ ਹੈ, ਤਾਂ ਦੇਖੋ ਅਮੀਰੀ ਦਾ ਸਾਧਨ ਹੋ ਸਕਦਾ ਹੈ, ਪਰ ਆਪਾਂ ਇੱਥੇ ਉਹ ਚੀਜ਼ ਨਾਲ ਥੋੜ੍ਹੀ ਜਾਵਾਂਗੇ, ਆਪਾਂ ਇੱਥੇ ਪੈਡਾਗੋਜੀਕਲੀ ਦੇਖਾਂਗੇ ਕੀ ਚੀਜ਼ ਹੈ ਨਾ। ਤਾਂ ਪ੍ਰੇਰਕ, ਕੀ ਪੈਸਾ ਜਿਹੜਾ ਉਹ ਇੱਥੇ ਪ੍ਰੇਰਕ ਦਾ ਕੰਮ ਕਰੇਗਾ? ਨੋ, ਪ੍ਰੇਰਕ ਦਾ ਕੰਮ ਨਹੀਂ ਕਰੇਗਾ। ਉਤੇਜਨ ਦਾ ਕੰਮ ਕਰੇਗਾ? ਨਹੀਂ ਕਰੇਗਾ, ਕਿਉਂਕਿ ਉਸ ਤੋਂ ਵੀ ਬੈਸਟ ਆਪਸ਼ਨ ਆਪਣੇ ਕੋਲ ਪਈ ਹੈ ਜੀ। ਬੈਸਟ ਆਪਸ਼ਨ ਆਪਾਂ ਨੂੰ ਸਿਲੈਕਟ ਕਰਨੀ ਹੁੰਦੀ ਹੈ। ਇੱਥੇ ਪੈਸਾ ਕੀ, ਉਸ ਦੀ ਲੋੜ ਹੈ, ਕਿਉਂਕਿ ਉਹ ਕੀ ਕਹਿੰਦਾ, ਕਹਿੰਦੇ ਸਾਡੇ ਘਰ ਪੈਸੇ ਦੀ ਘਾਟ ਹੈ। ਕਾਹਦੇ ਲਈ? ਜ਼ਰੂਰੀ ਕੰਮਾਂ ਲਈ ਵੀ ਕਹਿੰਦਾ ਅਸੀਂ ਉਧਾਰ ਲੈ ਰਹੇ ਹਾਂ। ਵੀ ਉਸਨੇ ਦੇਖਿਆ ਉਹਦੇ ਪਿਤਾ ਨੂੰ ਵੀ ਜ਼ਰੂਰੀ ਚੀਜ਼ਾਂ ਸੀ ਜਿਹੜੀਆਂ ਜ਼ਰੂਰੀ ਸਮਾਨ ਦੇ ਲਈ ਵੀ ਉਧਾਰ ਲੈ ਰਹੇ ਹਾਂ, ਤਾਂ ਮਤਲਬ ਪੈਸੇ ਦੀ ਘਾਟ ਹੈ, ਕਿਸ ਚੀਜ਼ ਦੀ ਕਮੀ, ਲੋੜ ਨੂੰ ਦਰਸਾਉਂਦੀ ਹੈ। ਤਾਂ ਇਸ ਲੋੜ ਦੇ ਬੇਸ 'ਤੇ ਹੀ ਉਸਦੀ ਦੇਖੋ ਪ੍ਰੇਰਨਾ ਦੀ ਸ਼ੁਰੂਆਤ ਹੋਈ ਹੈ। ਪ੍ਰੇਰਨਾ ਦੀ ਸ਼ੁਰੂਆਤ ਕਿਸ ਚੀਜ਼ ਨੇ ਕੀਤੀ ਹੈ? ਪੈਸੇ ਨੇ। ਤਾਂ ਇਹਦਾ ਮਤਲਬ ਪੈਸਾ ਕੀ ਸੀ? ਲੋੜ ਸੀ, ਨੀਡ ਸੀ। ਜਿਹੜੀ ਪ੍ਰੇਰਨਾ ਹੈ ਨਾ, ਮੋਟੀਵੇਸ਼ਨ ਹੈ, ਉਸ ਦਾ ਪਹਿਲਾ ਸਟੈਪ, ਫਸਟ ਸਟੈਪ ਕੀ ਹੈ ਜੀ? ਨੀਡ ਹੈ। ਤਾਂ ਫਸਟ ਸਟੈਪ ਵਜੋਂ ਕੰਮ ਕਰ ਰਿਹਾ ਪੈਸਾ ਇੱਥੇ। ਪਹਿਲਾ ਸਟੈਪ ਕੀ ਸੀ? ਉਹਨੂੰ ਲੱਗਿਆ ਪੈਸੇ ਦੀ ਘਾਟ ਹੈ। ਉਸ ਤੋਂ ਬਾਅਦ ਹੋ ਸਕਦਾ ਉਸ ਦਾ ਦੋਸਤ ਉਸ ਨੂੰ ਪੈਸੇ ਦਾ ਤਰੀਕਾ ਦੱਸੇ। ਪੈਸੇ ਦਾ ਤਰੀਕਾ ਕੀ ਦੱਸੇ? ਵੀ ਤੂੰ ਬਿਜ਼ਨਸ ਕਰ ਸਕਦਾ, ਤੂੰ ਕੋਈ ਨੌਕਰੀ ਕਰ ਸਕਦਾ, ਤੂੰ ਨਿੱਕਾ ਮੋਟਾ ਕੰਮ ਕਰ ਸਕਦਾ, ਘਰ ਦੇ ਵਿੱਚ ਰਹਿ ਕੇ ਇਹ ਕੰਮ ਕਰ ਸਕਦੇ। ਤਾਂ ਉਹ ਸਭ ਪ੍ਰੇਰਕ ਦਾ ਕੰਮ ਕਰਨਗੇ। ਉਸ ਤੋਂ ਬਾਅਦ ਪ੍ਰੇਰਕਾਂ ਤੋਂ ਬਾਅਦ ਉਹ ਕੀ ਕਰੇਗਾ? ਅਰੋਜ਼ਲ ਆਏਗਾ ਉਹਦੇ ਵਿੱਚ, ਕਿਸੇ ਕੰਮ ਬਾਰੇ ਸੋਚੇਗਾ, ਉਹ ਸੋਚੇਗਾ ਮੈਂ ਇਹ ਜੋਬ ਕਰ ਸਕਦਾ। ਫਿਰ ਅਰੋਜ਼ਲ ਆ ਗਿਆ, ਫਿਰ ਗੋਲ ਡਾਇਰੈਕਟਡ ਬਿਹੇਵੀਅਰ ਕਰੇਗਾ। ਇਸ ਤੋਂ ਬਾਅਦ ਫਿਰ ਉਹਨੂੰ ਅਚੀਵਮੈਂਟ ਹੋ ਜਾਏਗੀ। ਤਾਂ ਇੱਥੇ ਜਿਹੜਾ ਪੈਸਾ ਹੈ ਉਹ ਜਸਟ ਨੀਡ ਦਾ ਕੰਮ ਕਰ ਰਿਹਾ, ਉਸਨੂੰ ਲੋੜ ਹੈ ਪੈਸੇ ਦੀ। ਸਿੰਪਲ ਜੀ ਗੱਲ ਸਮਝ ਲਓ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਆਪਣੇ ਕੋਲ ਆਪਸ਼ਨ ਡੀ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 18। ਇੱਕ ਵਿਦਿਆਰਥੀ ਕੰਪਿਊਟਰ ਦੀ ਜਮਾਤ ਵਿੱਚ ਇਹ ਦੇਖਦਾ ਹੈ ਕਿ ਉਸ ਦਾ ਜਮਾਤੀ ਕਿਵੇਂ ਜ਼ਿਆਦਾ ਕੰਮ ਨੂੰ ਵੀ ਹੱਸ ਖੇਡ ਕੇ ਕਰ ਲੈਂਦਾ। ਉਸਨੇ ਦੇਖਿਆ ਵੀ ਮੇਰਾ ਜਮਾਤੀ ਹੈ, ਮੇਰਾ ਕਲਾਸ ਵਾਲਾ ਹੈ, ਵੀ ਉਹ ਜ਼ਿਆਦਾ ਕੰਮ ਨੂੰ ਵੀ ਹੱਸ ਖੇਡ ਕੇ ਨਿਬੇੜ ਦਿੰਦਾ। ਇਹ ਵੇਖ ਕੇ ਉਹ ਵਿਦਿਆਰਥੀ ਵੀ ਜ਼ਿਆਦਾ ਕੰਮ ਕਰਨ ਲਈ ਖੁਸ਼ੀ ਦਾ ਅਨੁਭਵ ਕਰਨ ਲੱਗਿਆ। ਮਤਲਬ ਕਿ ਉਸਨੇ ਕੀ ਦੇਖਿਆ ਵੀ ਮੈਂ ਵੀ ਖੁਸ਼ੀ ਖੁਸ਼ੀ ਇਹ ਕੰਮ ਕਰਾਂ, ਹੈ ਨਾ। ਤਾਂ ਜ਼ਿਆਦਾ ਕੰਮ ਕਰਨ ਵਿੱਚ ਖੁਸ਼ੀ ਦਾ ਅਨੁਭਵ ਕਰਨ ਲੱਗਿਆ। ਉਹਨੇ ਜਦੋਂ ਜ਼ਿਆਦਾ ਕੰਮ ਕੀਤਾ ਉਹਨੂੰ ਲੱਗੇ ਮੈਂ ਵੀ ਖੁਸ਼ੀ ਫੀਲ ਕਰਾਂ। ਠੀਕ ਹੈ, ਤਾਂ ਇਹ ਇੱਕ ਕਾਹਦੀ ਉਦਾਹਰਨ ਹੈ? ਤਾਂ ਇਹ ਅਨੁਕਰਨ ਦੀ ਉਦਾਹਰਨ ਹੈ, ਜਾਂ ਫਿਰ ਪੁਨਰਵਲਣ ਦੀ, ਜਾਂ ਫਿਰ ਕਲਾਸੀਕਲ ਕੰਡੀਸ਼ਨਿੰਗ ਦੀ, ਜਾਂ ਫਿਰ ਘੜਨ ਯਾਨੀ ਕਿ ਸ਼ੇਪਿੰਗ ਦੀ। ਤਾਂ ਸਿੰਪਲ ਜੀ ਗੱਲ ਹੈ, ਇਹਦੇ ਵਿੱਚ ਅਨੁਕਰਨ ਹੋਇਆ ਉਹਨੂੰ, ਹੈ ਨਾ। ਤਾਂ ਆਪਣੇ ਕੋਲ ਬੈਸਟ ਆਪਸ਼ਨ ਰਹੇਗੀ ਜੀ ਅਨੁਕਰਨ ਵਿਵਹਾਰ ਦਾ। ਮਤਲਬ ਕਿ ਉਹ ਅਨੁਕਰਨ ਕਰ ਰਿਹਾ ਹੈ, ਉਸ ਦੀ ਮਤਲਬ ਕੀ ਕਰ ਰਿਹਾ? ਨਕਲ ਕਰ ਰਿਹਾ ਹੈ। ਇਹੀ ਕਹਿ ਸਕਦੇ ਆਪਾਂ, ਹੈ ਨਾ, ਵੀ ਉਹਨੇ ਇਮੀਟੇਟ ਕੀਤਾ ਉਹਨੂੰ। ਮਤਲਬ ਕਿ ਉਹਨੇ ਦੇਖਿਆ ਵੀ ਮੇਰਾ ਦੋਸਤ ਹੈ, ਮੇਰਾ ਜਮਾਤੀ ਹੈ, ਉਹ ਹੱਸ ਖੇਡ ਕੇ ਕਰ ਰਿਹਾ ਕੰਮ, ਤਾਂ ਉਹ ਵੀ ਹੁਣ ਖੁਸ਼ੀ ਅਨੁਭਵ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਫਸਟ ਆਪਸ਼ਨ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 19। ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰੇਰਨਾ ਉਤਸ਼ਾਹਿਤ ਕਰਨ ਦੀ ਸ਼ਰਤ ਨਹੀਂ ਹੈ? ਰਿਪੀਟਡ ਕੁਐਸਚਨ ਹੈ, ਪ੍ਰੀਵੀਅਸ ਈਅਰ ਦੇ ਵਿੱਚ ਇਹ ਪੁੱਛਿਆ ਜਾ ਚੁੱਕਿਆ ਹੈ। ਠੀਕ ਹੈ ਜੀ, ਪ੍ਰੀਵੀਅਸ ਈਅਰ ਦੇ ਵਿੱਚੋਂ ਇਹ ਅਸੀਂ ਲਏਗਾ। ਤਾਂ ਦੇਖੋ ਦੋਸਤੋ, ਇੱਥੇ ਕੀ ਹੈ ਕਿ ਇਹਨਾਂ ਨੇ ਕਿਹਾ, ਕਹਿੰਦੇ ਪ੍ਰੇਰਨਾ ਨੂੰ ਉਤਸ਼ਾਹਿਤ ਕਰਨ ਦੀ ਸ਼ਰਤ ਨਹੀਂ ਹੈਗੀ। ਪ੍ਰੇਰਨਾ ਨੂੰ ਆਪਾਂ ਨੇ ਵਧਾਉਣਾ ਸੀ, ਤਾਂ ਉਸ ਦੇ ਲਈ ਕੀ ਨਹੀਂ ਆਪਾਂ ਕਰ ਸਕਦੇ? ਰੁਚੀ ਪੈਦਾ ਕਰਨਾ, ਇਹ ਤਾਂ ਕਰਾਂਗੇ ਆਪਾਂ ਪ੍ਰੇਰਨਾ ਨੂੰ ਉਤਸ਼ਾਹਿਤ ਕਰਨ ਦੇ ਲਈ। ਉਤਸੁਕਤਾ ਦਿਵਾਉਣਾ, ਇਹ ਨਹੀਂ ਆਪਾਂ ਕਰਦੇ। ਠੀਕ ਹੈ, ਤਾਂ ਇਹ ਨਹੀਂ ਆਪਾਂ ਕਰਦੇ। ਅਤੇ ਉਪਲਬਧੀ ਦੀ ਪ੍ਰੇਰਨਾ ਨੂੰ ਉਪਲਬਧੀ ਆਉਣਾ ਸੀ ਇੱਥੇ, ਉਪਲਬਧੀ ਦੀ ਪ੍ਰੇਰਨਾ ਨੂੰ ਵਿਕਸਿਤ ਕਰਨਾ। ਉਪਲਬਧੀ ਦੀ ਪ੍ਰੇਰਨਾ ਨੂੰ ਵਿਕਸਿਤ ਕਰਨਾ ਵੀ ਆਪਾਂ ਕਰਾਂਗੇ, ਪ੍ਰੇਰਕ ਵੀ ਪ੍ਰਦਾਨ ਕਰਵਾਵਾਂਗੇ। ਤਾਂ ਇਹ ਸਭ ਚੀਜ਼ਾਂ ਕਰਾਂਗੇ, ਸਿਰਫ ਇੱਕ ਚੀਜ਼ ਨਹੀਂ ਕਰਦੇ, ਉਤਸੁਕਤਾ ਨੂੰ ਦਬਾਉਂਦੇ ਨਹੀਂ। ਤਾਂ ਇਹ ਸ਼ਰਤ ਨਹੀਂ ਹੈ। ਠੀਕ ਹੈ, ਇਹਨਾਂ ਨੇ ਨਹੀਂ ਪੁੱਛਿਆ ਸੀ, ਤਾਂ ਉਤਸੁਕਤਾ ਨੂੰ ਦਬਾਉਣਾ ਜਿਹੜਾ, ਇਸ ਦੇ ਨਾਲ ਪ੍ਰੇਰਨਾ ਉਤਸ਼ਾਹਿਤ ਨਹੀਂ ਹੁੰਦੀ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਬੀ ਆਪਸ਼ਨ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਅਸੀਂ ਪ੍ਰਸ਼ਨ ਨੰਬਰ 20 ਕਰਦੇ ਹਾਂ ਜੀ। ਪ੍ਰੇਰਨਾ ਚੱਕਰ ਦਾ ਸਹੀ ਕ੍ਰਮ ਦੱਸੋ। ਬਹੁਤ ਘੈਂਟ ਕੁਐਸਚਨ ਹੈ। ਤਾਂ ਪ੍ਰੇਰਨਾ ਚੱਕਰ ਦੇ ਵਿੱਚ ਦੇਖੋ, ਇਹਦਾ ਆਪਾਂ ਕ੍ਰਮ ਬਣਾਉਣ ਦਾ ਤਰੀਕਾ ਦੱਸਦੇ ਹਾਂ ਤੁਹਾਨੂੰ, ਵੀ ਇਸ ਤਰ੍ਹਾਂ ਦੇ ਕੁਐਸਚਨ ਤੁਸੀਂ ਕਿਵੇਂ ਕਰਨੇ ਹੁੰਦੇ ਨੇ। ਤੁਸੀਂ ਸਭ ਤੋਂ ਪਹਿਲਾਂ ਤੁਹਾਡੀ ਨੌਲੇਜ ਨੂੰ ਦੇਖੋ ਵੀ ਸਭ ਤੋਂ ਪਹਿਲਾਂ ਕੀ ਆਉਣਾ ਚਾਹੀਦਾ। ਤੁਸੀਂ ਕਹੋਗੇ ਜੀ ਸਭ ਤੋਂ ਪਹਿਲਾਂ ਤਾਂ ਨੀਡ ਆਉਂਦੀ ਹੈ, ਸਭ ਤੋਂ ਪਹਿਲਾਂ ਨੀਡ ਆਉਂਦੀ ਹੈ, ਤਾਂ 1 ਨੰਬਰ ਲਿਖ ਲਓ, ਇੱਥੇ ਲਿਖ ਲਿਆ ਜੀ। ਉਸ ਤੋਂ ਬਾਅਦ ਤੁਸੀਂ ਕਹੋਗੇ ਜੀ ਡਰਾਈਵ ਆਉਂਦੀ ਹੈ, ਡਰਾਈਵ ਕਿੰਨੇ ਨੰਬਰ 'ਤੇ ਹੈ? 3 ਨੰਬਰ 'ਤੇ, ਤੁਸੀਂ ਨੇ ਇੱਥੇ 3 ਨੰਬਰ ਲਿਖ ਲਿਆ।
ਹੁਣ ਪਹਿਲੇ 2 ਪੁਆਇੰਟ ਤੁਹਾਨੂੰ ਪਤਾ ਨਹੀਂ ਤਾਂ ਤੁਹਾਡਾ ਆਨਸਰ ਆ ਗਿਆ, ਕਿਉਂਕਿ ਇਹਦੇ ਵਿੱਚ ਤਾਂ ਪਹਿਲੇ ਨੰਬਰ 'ਤੇ ਨੀਡ ਲਿਖੀ ਨਹੀਂ, ਇਹਦੇ 'ਚ ਵੀ ਨਹੀਂ ਲਿਖਿਆ, ਇਹਦੇ 'ਚ ਵੀ ਨਹੀਂ ਲਿਖਿਆ, ਆਨਸਰ ਆ ਗਿਆ। ਆਨਸਰ ਕੱਢਣ ਦਾ ਇਹ ਤਰੀਕਾ ਹੈ, ਪਰ ਆਪਾਂ ਤਾਂ ਅੱਜ ਸਿੱਖਣ ਲਈ ਪੜ੍ਹ ਰਹੇ ਹਾਂ, ਆਪਾਂ ਕਿਹੜਾ ਆਨਸਰ ਕੱਢਣ ਦੇ ਲਈ ਪੜ੍ਹ ਰਹੇ ਹਾਂ, ਤਾਂ ਆਪਾਂ ਤਾਂ ਸਿੱਖਣ ਹੈ, ਆਪਾਂ ਪੂਰਾ ਸਿੱਖਦੇ ਹਾਂ ਹੁਣ ਇਹਨੂੰ, ਠੀਕ ਹੈ, ਪੂਰਾ ਆਪਾਂ ਸਿੱਖਦੇ ਹਾਂ। ਦੇਖੋ ਪਹਿਲਾਂ ਆ ਗਈ ਨੀਡ, ਠੀਕ ਹੈ ਜੀ, ਫਿਰ ਆ ਗਈ ਡਰਾਈਵ, ਡਰਾਈਵ ਤੋਂ ਬਾਅਦ ਆਊਗੀ ਜੀ ਅਰਾਊਜ਼ਲ, ਮਤਲਬ ਕਿ ਨੰਬਰ 2 ਨੰਬਰ, ਠੀਕ ਹੈ ਜੀ। ਇਸ ਤੋਂ ਬਾਅਦ ਆਏਗਾ ਆਪਣੇ ਕੋਲ, ਕਹਿ ਸਕਦੇ ਹਾਂ ਆਪਾਂ ਅਰਾਊਜ਼ਲ ਆਇਆ, ਉਸ ਤੋਂ ਬਾਅਦ ਆਏਗਾ ਆਪਣੇ ਕੋਲ ਗੋਲ ਡਾਇਰੈਕਟਡ ਬਿਹੇਵੀਅਰ, ਠੀਕ ਹੈ ਜੀ, ਗੋਲ ਡਾਇਰੈਕਟਡ ਬਿਹੇਵੀਅਰ ਨੰਬਰ 6, ਇਸ ਤੋਂ ਬਾਅਦ ਨੰਬਰ 6 ਆ ਗਿਆ, ਅਤੇ ਇਸ ਤੋਂ ਬਾਅਦ 6 ਨੰਬਰ ਆ ਗਿਆ, ਅਤੇ ਇਸ ਤੋਂ ਬਾਅਦ ਗੋਲ ਡਾਇਰੈਕਟਡ ਬਿਹੇਵੀਅਰ ਤੋਂ ਬਾਅਦ ਆਪਾਂ ਨੂੰ ਅਚੀਵਮੈਂਟ ਹੋ ਜਾਏਗੀ, ਠੀਕ ਹੈ ਜੀ, ਨੰਬਰ 4। ਅਚੀਵਮੈਂਟ ਹੋ ਗਈ ਤਾਂ ਅਰਾਊਜ਼ਲ ਦੀ ਕਮੀ ਹੋ ਜੂਗੀ, ਰਿਡਕਸ਼ਨ ਆਫ ਅਰਾਊਜ਼ਲ, ਉਤੇਜਨਾ ਜਿਹੜੀ ਉਹ ਆਪਣੀ ਘਟਣੀ ਸ਼ੁਰੂ ਹੋ ਜਾਊਗੀ, ਠੀਕ ਹੈ, ਤਾਂ ਨੰਬਰ 5। ਤਾਂ ਆਪਣੇ ਕੋਲ ਹੁਣ ਕੀ ਬਣ ਗਿਆ, ਦੇਖੋ 1 ਲਿਖਿਆ ਪਿਆ, 3 2 ਲਿਖਿਆ ਪਿਆ, 6 4 5 6 4 5, ਬੀ ਆਪਸ਼ਨ ਸਾਡਾ ਰਾਈਟ ਆਨਸਰ ਹੋ ਗਿਆ। ਤਾਂ ਇਸ ਤਰੀਕੇ ਨਾਲ ਇਹ ਪੂਰਾ ਸਰਕਲ ਹੈ ਜੀ, ਆਪਾਂ ਥਿਊਰੀ ਵਾਲੀ ਕਲਾਸ ਦੇ ਵਿੱਚ ਇਹ ਪੂਰਾ ਸਰਕਲ ਜਿਹੜਾ ਉਹ ਡਿਸਕਸ ਕਰ ਚੁੱਕੇ ਹਾਂ, ਠੀਕ ਹੈ। ਤਾਂ ਹੁਣ ਦੁਬਾਰਾ ਡਿਸਕਸ ਕਰਨਾ ਟਾਈਮ ਦੀ ਬਰਬਾਦੀ ਹੋ ਜਾਏਗੀ, ਠੀਕ ਹੈ, ਤਾਂ ਉਹ ਕਲਾਸ ਨੂੰ ਦੇਖ ਲਿਓ ਜੀ ਦੁਬਾਰਾ। ਅਤੇ ਲਾਸਟ ਵਿੱਚ ਅਸੀਂ ਤੁਹਾਡੇ ਲਈ ਇੱਕ ਕੁਐਸਚਨ ਛੱਡ ਕੇ ਜਾ ਰਹੇ ਹਾਂ ਜੀ। ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਹੈ ਤੁਸੀਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸੋਗੇ। ਤੁਸੀਂ ਇਹ ਦੱਸੋਗੇ ਕਿ ਤਾਂ ਤੁਸੀਂ ਇੱਦਾਂ ਕਰੋਗੇ ਜੀ, ਜੋ ਆਪਣੀ ਮੈਸਲੋ ਦੀ ਥਿਊਰੀ ਹੈ, ਠੀਕ ਹੈ, ਤਾਂ ਦੇਖਦੇ ਹਾਂ ਵੀ ਕਿੰਨਿਆਂ ਨੇ ਵਧੀਆ ਧਿਆਨ ਨਾਲ ਪਹਿਲਾਂ ਵਾਲੀ ਵੀਡੀਓ ਦੇਖੀ ਹੋਈ ਹੈ। ਜੋ ਮੈਸਲੋ ਦੀ ਥਿਊਰੀ ਹੈ ਉਸ ਦੇ ਜੋ 5 ਸਟੈਪ ਨੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ। ਮੈਸਲੋਜ਼ ਹਾਇਰਾਰਕੀ ਆਫ ਨੀਡਸ ਦੇ 5 ਸਟੈਪ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ, ਕਿਉਂਕਿ ਮੋਟੀਵੇਸ਼ਨ ਵਾਲੇ ਟੌਪਿਕ ਦੇ ਵਿੱਚ ਉਹ ਮੋਸਟ ਇੰਪੋਰਟੈਂਟ ਥਿਊਰੀ ਹੈ, ਜੋ ਆਪਾਂ ਨੈਕਸਟ ਕਲਾਸ ਦੇ ਵਿੱਚ ਡਿਸਕਸ ਵੀ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਦੇਖ ਵੀ ਲੈਂਦੇ ਹਾਂ ਵੀ ਕਿੰਨੇ ਦੋਸਤਾਂ ਨੇ ਪਹਿਲਾਂ ਵਾਲੀ ਕਲਾਸਿਸ ਦੇਖੀ ਹੈ ਅਤੇ ਉਹ ਚੀਜ਼ਾਂ ਤੁਹਾਨੂੰ ਕਵਰ ਹੈਗੀਆਂ ਨੇ। ਤਾਂ ਇਹ ਕਲਾਸਿਸ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।